के पालन नहीं है रक्षा को काला दुष्ट रिष्ट टरे को काला कृपा दृष्टम जाहे नहर हो ताके ताप तनक मोहर हो रिद्धि सिद्धि घर मो सब होई दुष्ट शास्त्र सके न कोई एक बार जिन्हें तुम्हें सवारा काल फांसते ताई वारा जिन्ना नाम तिहारो कहा दर्द दुष्ट दुखते रहो खड़के शरण तिहारी आप हाथ दे हो हरी सर्वठोर मुँह सहाय दुष्ट दुख तेरे हो बचाए सही पाएंगे हैं जब ते तुमरे तब ते को आँख करे नहीं आन्यो राम रहीम पुराण कुरान अनेक कहे मत एक न आन्यो भारत शास्त्र वेद सब वेद कहे हम एक न जान्यो श्री स्पान कृपा तुमरे कर मैं न को सब कोई रुका नहीं सगर द्वार को छाड़ के देहु तुहार द्वार सिराज गोविंद दास तुहार। हाँ जी जसपाल साहब सत श्री अकाल जी। जसपाल सर अनम्यूट करो प्लीज। जसपाल सर अनम्यूट कर लो। कर लिया। हाँ जी हो रही है जी, हो रही है। आ गई जी। हाँ जी आ गई जी, आ गई। चलो ठीक है सर, ठीक है जी। सत श्री अकाल जी साਰਿਆਂ ਨੂੰ। सर रुक जाओ जी, वेट कर लो 1 मिनट। हाँ कर दे वेट जी, कर दे। बाहर बाहर दिख अंदर रख कर लो सर प्लीज, शुरू कर लो तुम। जसपाल सर। हाँ जी सर, हाँ जी कर लो शुरू प्लीज। हेलो। हाँ जी सर, सत श्री अकाल जी साਰਿਆਂ ਨੂੰ। स्वागत है साਰਿਆਂ ਦਾ। मैं जसपाल सिंह IT मानसा तो वर्कशॉप कैलकुलेशन अज अपना विषय जो अज का है जो अपना मेन टॉपिक है ट्रिगनोमैट्री फार्मूले एंड टेबल। बहुत ईजी टॉपिक है भी ट्रिगनोमैट्री के फार्मूले आप इन्ने औखे हो के 6वीं क्लास तो लैके हायर क्लास तक याद कर देंगे। उन्होंने याद करने की कोई लोड़ नहीं, ये बहुत सौखा तरीका है। तो आप फॉर एग्जाम्पल शुरू करते हैं। ट्रिगनोमैट्री फार्मूले फॉर एग्जाम्पल आप दिल्ली घूमन गए, आप किसी पॉइंट पर खड़े आगे, जिमें कि अपने उस जगह तो आप उस पॉइंट तो कुतुब मीनार के टॉप में देखते हैं, आप कुतुब मीनार की उचाई बिना पमैश तो पता कर सकते हैं। भाव बिना नापण तो आप कुतुब मीनार की उचाई पता कर सकते। जिमें आप पिंड के अपने घरे खड़े आगे, घर तो पिंड के गुरुद्वारे का निशान साहब दिसदा है, तो बिना पमैश तो आप निशान साहब तो घर तक की दूरी पता कर सकते हैं। मान लो आप एक छत से खड़े हैं, छत तो रोड पार एक गमला पिया है, गमले वाल देख रहे हैं, रोड पार एक कार खड़ी हैगी, आप बिना रोड की मिनती करे घर तो गमले तक की चौड़ाई माप सकते हैं। मैथ की वो तकनीक
ਜਿਸ ਦੀ ਵਰਤੋਂ ਨਾਲ ਅਸੀਂ ਹਾਈਟ ਐਂਡ ਡਿਸਟੈਂਸ ਪਤਾ ਕਰਦੇ ਹਾਂਗੇ, ਭਾਵ ਉਚਾਈਆਂ ਅਤੇ ਦੂਰੀਆਂ ਪਤਾ ਕਰਦੇ ਹਾਂਗੇ, ਉਸ ਨੂੰ ਆਪਾਂ ਟ੍ਰਿਗਨੋਮੈਟਰੀ ਕਹਿੰਦੇ ਹਾਂਗੇ। ਟ੍ਰਿਗਨੋਮੈਟਰੀ ਡੈਫੀਨੇਸ਼ਨ ਹੈ ਸੌਖੀ ਜੀ, ਮੈਥ ਦੀ ਜਿਸ ਤਕਨੀਕ ਨਾਲ ਦੀ ਵਰਤੋਂ ਨਾਲ ਅਸੀਂ ਹਾਈਟ ਐਂਡ ਡਿਸਟੈਂਸ ਪਤਾ ਕਰਦੇ ਹਾਂ ਉਸ ਨੂੰ ਅਸੀਂ ਟ੍ਰਿਗਨੋਮੈਟਰੀ ਕਹਿੰਦੇ ਹਾਂਗੇ। ਟ੍ਰਿਗਨੋਮੈਟਰੀ ਸ਼ਬਦ ਹੈ ਜਿਹੜਾ ਕਿੱਥੋਂ ਆਏਗਾ? ਟ੍ਰਿਗਨੋਮੈਟਰੀ ਸ਼ਬਦ ਗ੍ਰੀਕ ਲੈਂਗੁਏਜ ਦੇ 3 ਛੋਟੇ ਸ਼ਬਦਾਂ ਤੋਂ ਲਿਆ ਗਿਆ ਹੈਗਾ। ਅੱਜ ਗ੍ਰੀਕ ਲੈਂਗੁਏਜ ਦੇ 3 ਛੋਟੇ ਸ਼ਬਦਾਂ ਤੋਂ ਲਿਆ ਗਿਆ। 3 ਜਿਹੜੇ ਸ਼ਬਦ ਨੇ ਉਹ ਕਿਹੜੇ ਆ? ਇੱਕ ਟਰਾਈ, ਟ੍ਰਿਗਨੋਮੈਟਰੀ 3 ਸ਼ਬਦ ਹੁੰਦੇ, ਟਰਾਈ, ਗਨ ਤੇ ਮੈਟਰੋ। ਟਰਾਈ ਮੀਨਸ 3 3, ਗਨ ਮੀਨਸ ਸਾਈਡ 'ਚ ਭਜਾਵਾਂ, ਮੈਟਰੋ ਮੀਨਸ ਮੈਜਰਮੈਂਟ ਪਮਾਇਸ਼ ਕਰਨੀ, ਨਾਪਣਾ। 3 ਸਾਈਡਾਂ ਦੀ ਪਮਾਇਸ਼ ਕਰਨੀ। ਟ੍ਰਿਗਨੋਮੈਟਰੀ ਤੋਂ ਭਾਵ ਹੈ 3 ਸਾਈਡਾਂ ਦੀ ਪਮਾਇਸ਼ ਕਰਨੀ। ਟ੍ਰਿਗਨੋਮੈਟਰੀ ਕੀ ਹੈ? ਟ੍ਰਿਗਨੋਮੈਟਰੀ ਦਾ ਸਟੱਡੀ ਆਫ ਰਿਲੇਸ਼ਨਸ਼ਿਪ ਬਿਟਵੀਨ ਦਾ ਸਾਈਡਸ ਐਂਡ ਦਾ ਐਂਗਲ ਆਫ ਇਟ ਟ੍ਰਾਇੰਗਲ। ਇੱਕ ਜਿਹੜਾ ਟ੍ਰਾਇੰਗਲ ਹੈ ਉਹਦੀਆਂ 3 ਸਾਈਡਾਂ ਹੁੰਦੀਆਂ ਨੇ, 3 ਐਂਗਲ ਹੁੰਦੇ ਉਹਦੇ ਵਿੱਚ, ਤੇ 3 ਹੀ ਭੁਜਾਵਾਂ ਹੁੰਦੀਆਂ ਜਿਹਨੂੰ ਆਪਾਂ ਸਾਈਡਾਂ ਕਹਿੰਦੇ ਹੈਗੇ। ਤਿੰਨੇ ਭੁਜਾਵਾਂ ਦਾ ਕੀ ਹੈ? ਆਪਸੀ ਰਿਲੇਸ਼ਨਸ਼ਿਪ ਹੈਗਾ। ਅਸੀਂ ਜਾਣਦੇ ਹਾਂ ਸਾਰੇ, ਅਸੀਂ 6ਵੀਂ ਕਲਾਸ ਤੋਂ ਪੜ੍ਹਦੇ ਹਾਂ ਵੀ ਟ੍ਰਿਗਨੋਮੈਟਰੀ ਹੈ ਜਿਹੜੀ ਰਾਈਟ ਐਂਗਲ ਟ੍ਰਾਇੰਗਲ ਦੇ ਆਲੇ ਦੁਆਲੇ ਘੁੰਮਦੀ ਹੈਗੀ। ਰਾਈਟ ਐਂਗਲ ਟ੍ਰਾਇੰਗਲ ਹੈਗਾ ਜਿਹੜਾ ਕੋਣ 90 ਆਪਾਂ ਟ੍ਰਿਗਨੋਮੈਟਰੀ ਦਾ ਕੰਪਲੀਟ ਬੇਸ ਸਿੱਖਾਂਗੇ। ਜਦੋਂ ਆਪਾਂ ਕੰਪਲੀਟ ਬੇਸ ਸਿੱਖਾਂਗੇ ਤਾਂ ਆਪਾਂ ਨੂੰ ਟ੍ਰਿਗਨੋਮੈਟਰੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਫਾਰਮੂਲੇ ਬਣਾਉਣੇ ਸਿੱਖਾਂਗੇ। ਜੋ ਵੀ ਹੁਣ ਬੈਠੇ ਨੇ ਵਿਦਿਆਰਥੀ ਵੀਰ ਛੋਟੇ, ਜੋ ਵੀ ਇਹ ਵੀਡੀਓ ਸਿਰੇ ਤੱਕ ਦੇਖਣੀ, ਸ਼ੁਰੂ ਤੋਂ ਲੈ ਕੇ ਐਂਡ ਤੱਕ। ਆਪਾਂ ਟ੍ਰਿਗਨੋਮੈਟਰੀ ਤੋਂ 45 ਫਾਰਮੂਲੇ ਸਿੱਖਣੇ ਹੈਗੇ। ਨੈਕਸਟ, ਸਭ ਤੋਂ ਪਹਿਲਾਂ ਕੀ ਕਰਿਆ? ਰਾਈਟ ਐਂਗਲ ਟ੍ਰਾਇੰਗਲ ਬਣਾਇਆ। ਰਾਈਟ ਐਂਗਲ ਟ੍ਰਾਇੰਗਲ ਤੋਂ ਭਾਵ ਹੈ ਵੀ ਜਿਹੜਾ ਇੱਕ ਐਂਗਲ, ਇੱਕ ਕੋਣ 90 ਡਿਗਰੀ, ਆਪਾਂ 3 ਪੁਆਇੰਟ ਲੈ ਲਏ A, B ਤੇ C। ਤਿੰਨਾਂ ਨੂੰ ਨਾਮ ਦੇ, 3 ਪੁਆਇੰਟਾਂ ਨੂੰ ਕੁਛ ਮਰਜ਼ੀ ਨਾਮ ਦੇ ਸਕਦੇ ਆਪਾਂ, ਭਾਵੇਂ X, Y, Z ਕੁਛ ਵੀ ਦੇ ਸਕਦੇ ਹੈਗੇ। ਇੱਥੇ ਰਾਈਟ ਐਂਗਲ ਕੋਣ ਆਪਣੇ ਕੋਲ ਕੀ ਹੈ? ਡਾਇਗਰਾਮ ਵਿੱਚ ਐਂਗਲ B ਆਪਣੇ ਕੋਲ 90 ਡਿਗਰੀ। ਐਂਗਲ B ਕੀ ਹੈਗਾ? 90 ਡਿਗਰੀ। ਇਟ ਮੀਨਸ ਹੁਣ ਆਪਣੇ ਕੋਲ ਕੋਈ ਨਿਸ਼ਾਨ ਕੀ ਹੈ? BC ਨੇ ਪਰਪੈਂਡੀਕੂਲਰ, ਲੰਬ। ਇਹ ਨਿਸ਼ਾਨ ਸਾਹਿਬ ਮੰਨ ਲਓ ਭਾਵੇਂ ਕੁਤਬ ਮੀਨਾਰ ਬਣ ਲਓ। ਹੁਣ ਆਪਣਾ ਕੁਤਬ ਮੀਨਾਰ ਕੀ ਹੈਗਾ? BC ਹੈਗਾ। ਐਂਗਲ ਕੀ ਹੈ? ਸਾਈਡ ਜਿਹੜੇ BC ਕੀ ਬਣ ਗਿਆ ਆਪਣਾ? BC ਆਪਣਾ ਕੁਤਬ ਮੀਨਾਰ ਹੈ, ਉਹ ਬਣ ਗਿਆ ਆਪਣਾ ਪਰਪੈਂਡੀਕੂਲਰ। ਹੁਣ ਆਪਾਂ ਆਧਾਰ ਦੀ ਗੱਲ ਕਰਦੇ ਹਾਂ। ਇਹਦੇ ਵਿੱਚ ਆਧਾਰ ਕੀ ਹੈਗਾ? ਬੇਸ ਆਪਣੇ ਕੋਲੇ ਕੀ ਹੈਗਾ? ਬੇਸ ਆਪਣੇ ਕੋਲੇ ਜਰਨਲ ਕਾਮਨ ਸੈਂਸ ਦੀ ਗੱਲ ਹੀ ਹੈ। ਬੇਸ ਇਹਦੇ ਵਿੱਚ ਆਪਣੇ ਕੋਲ ਆਧਾਰ ਹੈ AB ਹੈਗਾ। ਆਧਾਰ AB ਹੈ। ਇਸ ਨੂੰ ਆਪਾਂ ਸਾਈਡ ਐਡਜੈਸੈਂਟ ਟੂ ਐਂਗਲ A ਆਖਦੇ ਹਾਂ। AB ਸਾਈਡ ਐਡਜੈਸੈਂਟ ਟੂ ਐਂਗਲ A ਭਾਵ ਐਂਗਲ A ਦੇ ਨਾਲ ਜੁੜੀ ਹੋਈ ਸਾਈਡ। ਐਂਗਲ A ਦੇ ਨਾਲ ਜੁੜੀ ਹੋਈ ਸਾਈਡ। ਹੁਣ ਆਪਾਂ ਮੰਨ ਲਈਏ ਐਂਗਲ C ਹੈ, ਜਿਹੜਾ ਐਂਗਲ C ਹੈ, ਐਂਗਲ C ਤੇ ਖੜੇ ਆ ਜੇ ਆਪਾਂ। ਹੁਣ ਆਪਣੀ ਐਡਜੈਸੈਂਟ ਸਾਈਡ ਵੀ ਚੇਂਜ ਹੋ ਜੂ। ਐਂਗਲ ਚੇਂਜ ਹੋਣ ਦੇ ਨਾਲ ਐਡਜੈਸੈਂਟ ਸਾਈਡ ਵੀ ਬਦਲ ਜਾਵੇਗੀ। ਐਂਗਲ ਤੋਂ ਭਾਵ ਕੋਣ C। ਕੋਣ C ਦੀ ਐਡਜੈਸੈਂਟ ਸਾਈਡ ਕਿਹੜੀ ਹੋਊਗੀ? ਕੋਣ C ਦੀ ਐਡਜੈਸੈਂਟ ਸਾਈਡ ਹੋਊਗੀ BC। ਪਰ ਕੋਣ C ਦੀ ਓਪੋਜਿਟ ਸਾਈਡ ਕਿਹੜੀ ਸਾਈਡ ਹੁੰਦੀ ਹੈਗੀ? ਇਹਦੇ ਸਾਹਮਣੇ ਵਾਲੀ ਸਾਈਡ ਓਪੋਜਿਟ ਸਾਈਡ ਕਹਾਉਂਦੀ ਹੈਗੀ। AB ਸਾਈਡ ਕੀ ਹੈਗੀ? ਕੋਣ C ਦੇ ਓਪੋਜਿਟ ਸਾਈਡ ਹੈ। ਕੋਣ A ਦੀ ਓਪੋਜਿਟ ਸਾਈਡ ਕਿਹੜੀ ਹੈਗੀ? C ਹੋਵੇਗਾ ਤਾਂ ਓਪੋਜਿਟ ਸਾਈਡ AB ਹੋਵੇਗੀ। ਇਸ ਤਰ੍ਹਾਂ ਸਾਈਡ ਜਿਹੜੀ ਆਪਣੇ BC ਐਡਜੈਸੈਂਟ ਤੋਂ ਭਾਵ ਸਾਈਡ ਹੈ। ਤੋਂ ਜਿਹੜੀ ਇੰਪੋਰਟੈਂਟ ਸਾਈਡ ਹੈ ਹਾਈਪੋਟੈਨਸ ਨੂੰ ਕਹਿੰਦੇ ਨੇ ਆਪਾਂ। ਹਾਈਪੋਟੈਨਸ ਪੰਜਾਬੀ ਦੇ ਵਿੱਚ ਕਰਨਾ ਹੈ। ਜਿਹੜੀ ਬਚਦੀ ਹੈ ਆਪਣੇ ਕੋਲ ਸਾਈਡ ਲੰਬੀ ਸਾਈਡ ਹੁੰਦੀ ਹੈਗੀ। ਸਭ ਤੋਂ ਲੰਬੀ ਸਾਈਡ ਇੱਕ ਵਿੱਚ ਹੈ ਜਿਹਦੇ ਵਿੱਚ ਇੱਕ ਐਂਗਲ ਆਪਣੇ 90 ਡਿਗਰੀ ਦਾ ਹੁੰਦਾ ਹੈਗਾ, 90 ਡਿਗਰੀ ਦਾ ਹੁੰਦਾ ਹੈਗਾ। ਤਾਂ ਉਹਦੇ ਵਿੱਚ ਸਭ ਤੋਂ ਲੰਬੀ ਸਾਈਡ ਜਿਹੜੀ ਹੁਣ ਆਪਾਂ ਲਾਂਗੇ, ਆਪਾਂ ਪੂਰੀ ਟ੍ਰਿਗਨੋਮੈਟਰੀ ਦਾ ਨਿਚੋੜ ਕੱਢਣਾ ਹੈਗਾ। ਨਿਚੋੜ ਹੈਗਾ ਮੂਲ ਮੰਤਰ ਹੈਗਾ ਛੋਟਾ ਜਿਹਾ ਫਾਰਮੂਲਾ ਬਣਾਇਆ ਗਿਆ HB। 45 ਫਾਰਮੂਲੇ ਤੋਂ ਬਣਨਗੇ ਆਪਣੇ PBPHHB। ਪੰਡਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ, ਹਰ ਹਰ ਬੋਲੇ।
ਕੀ ਹੋ ਗਿਆ perpendicular, h means hypotenuse, perpendicular to hypotenuse हेलो जसपाल जी, जसपाल h की होगा जसपाल सर। हाँ जी सर, हाँ जी, सॉरी मैं डिस्टर्ब कर रहा हाँ जी, हाँ जी, ਸਲਾਈਡ ਨਹੀਂ ਅੱਗੇ ਹੈਲੋ, ਚੇਂਜ ਹੋ ਰਹੀ, ਸਲਾਈਡ ਨਹੀਂ ਅੱਗੇ ਤੁਹਾਡੀ ਮੂਵ ਹੋ ਰਹੀ, ਇੱਕ ਆਵਾਜ਼ ਤੁਹਾਡੀ ਕੱਟਦੀ ਬਹੁਤ ਆ। हाँ जी, हाँ जी, ਸਲਾਈਡ ਤੁਹਾਡੀ ਅੱਗੇ ਹੈਲੋ, ਮੂਵ ਹੋ ਰਹੀ ਹੈ, ਆਵਾਜ਼ ਤੁਹਾਡੀ ਕੱਟਦੀ ਆ। ਮੈਂ हाँ ਕਿਹਾ होगी सर, ਥੋੜਾ होगी, ਜਿਹਾ कोई गल, ठीक है। ਸਿਗਨਲ ਵਾਲੀ ਸਾਈਡ ਨੂੰ ਚਲ ਜਾਓ, ਜਿੱਥੇ ਮਾੜਾ ਜਿਹਾ ਸਿਗਨਲ ਹੋਵੇ ਅਵੇਲੇਬਲ। ਆਵਾਜ਼ ਪਤਾ ਚੱਕਰ ਜੇ ਐਡਮਿਸ਼ਨ ਕਰਕੇ ਵਿੱਚ ਫੋਨ ਨਾ ਹੁੰਦਾ, ਐਡਮਿਸ਼ਨ ਚੱਲਦੀ ਉਹਦੇ ਕਰਕੇ ਨਾ ਫੋਨ ਨੰਬਰ ਦਿੱਤਾ ਹੋਇਆ ਸਾਰਿਆਂ ਨੂੰ ਉਹ। ਹਾਂ ਜੀ, ਹਾਂ ਜੀ, ਠੀਕ ਹੋ ਜੋ ਹੌਲੀ। ਓਕੇ ਤੇ ਪੀ 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 ਐਚ ਬੀ, ਓਕੇ। ਪੰਡਤ ਬਾਦਰੀ ਪ੍ਰਸ਼ਾਦ ਹਰ ਹਰ ਬੋਲੇ ਸੋਨਾ ਚਾਂਦੀ ਸੋਨਾ। ਬੀ ਬਟੇ ਐਚ ਹੈ, ਸੀ ਮੀਨਸ cos ਥੀਟਾ, ਬੀ ਮੀਨਸ ਬੇਸ ਬਟੇ ਹਾਈਪੋਟੈਨਸ, ਆਧਾਰ ਬਟੇ ਕਰਨ ਕੀ ਹੋਗਾ cos ਥੀਟਾ। ਪੀ ਬਟੇ ਅੱਗੇ ਆ ਗਿਆ ਪਰਪੈਂਡੀਕੂਲਰ ਬਟੇ ਬੇਸ, ਲੰਬ ਬਟੇ ਆਧਾਰ ਕੀ ਹੈਗਾ ਤੋਲੇ ਟੈਨ ਥੀਟਾ। ਇਹ ਕੱਲਾ ਇੱਕ ਫਾਰਮੂਲਾ ਯਾਦ ਰੱਖਣਾਗਾ, ਪੀ ਬੀ ਪੀ ਐਚ ਐਚ ਬੀ ਸੋਨਾ ਚਾਂਦੀ ਤੋਲੇ। ਇਹ ਪੂਰੀ ਟ੍ਰਿਗਨੋਮੈਟਰੀ ਦਾ ਆਪਣਾ ਮੂਲ ਮੰਤਰ ਹੈਗਾ। ਅੱਗੇ ਆ ਗਿਆ ਆਪਣੇ ਕੋਲੇ ਸਾਈਨ ਥੀਟਾ ਸ਼ਬਦ, ਵੀ ਇਹ ਕਿੱਥੋਂ ਸ਼ਬਦ ਆਇਆ ਆਪਾਂ ਨੂੰ ਟ੍ਰਿਗਨੋਮੈਟਰੀ ਦੇ ਵਿੱਚ। ਬਹੁਤ ਵੱਡੀ ਰੱਟਾ ਮਾਰੀਏ ਨੇ ਆਪਾਂ, ਪਰ ਆਪਾਂ ਨੂੰ ਇਹ ਬਹੁਤ ਵੱਡਾ ਕਨਕਲੂਜਨ ਆ ਭੁਲੇਖਾ ਵੀ ਕਿੱਥੋਂ ਕੀ ਚੀਜ਼ ਬਣੀ ਹੈ, ਕਿਵੇਂ ਆਈ ਇਹ ਗੱਲ। ਸਾਈਨ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਆਪਣੇ ਮੈਥੇਮੈਟਿਕਸ ਦੇ ਵਿੱਚ ਮੈਥੇਮੈਟੀਸ਼ੀਅਨ ਸੀ ਇੱਕ ਆਰੀਆ ਭੱਟ ਜੀ, ਬਹੁਤ ਇੰਪੋਰਟੈਂਟ, ਬਹੁਤ ਮਤਲਬ ਕਿ ਮਹਾਨ ਮੈਥੇਮੈਟੀਸ਼ੀਅਨ ਜੀ ਆਰੀਆ ਭੱਟ ਜੀ ਨੇ ਕੀਤੀ ਸੀਗੀ। ਜਿਹੜਾ ਥੀਟਾ ਸ਼ਬਦ ਆਇਆ ਸੀਗਾ ਇਹ ਗ੍ਰੀਕ ਅਲਫਾਬੈਟ ਲਿਸਟ ਦੇ ਵਿੱਚੋਂ ਆਇਆ ਗਿਆ, ਗ੍ਰੀਕ ਅਲਫਾਬੈਟ ਲਿਸਟ ਦੇ ਵਿੱਚੋਂ। ਜਿਵੇਂ ਕਿ ਪਹਿਲਾਂ ਆਪਾਂ ਪਾਈ ਬਾਰੇ ਪੜ੍ਹੇਗਾ, ਪਾਈ ਵੀ ਗ੍ਰੀਕ ਅਲਫਾਬੈਟ ਲਿਸਟ ਦੇ ਵਿੱਚੋਂ ਆਏਗਾ। ਹੁਣ ਥੀਟਾ ਕਿਵੇਂ ਹੈ, ਜਿਵੇਂ ਕਿ ਗ੍ਰੀਕ ਅਲਫਾਬੈਟ ਲਿਸਟ ਹੈ, ਆਪਾਂ ਸਾਰਿਆਂ ਨੇ ਪੜ੍ਹਿਆ ਛੋਟੀਆਂ ਕਲਾਸਾਂ 'ਚ, ਅਲਫਾ ਬੀਟਾ ਗਾਮਾ ਡੈਲਟਾ ਐਸਪੀਲੋਨ ਜੀਟਾ ਈਟਾ ਥੀਟਾ। ਥੀਟਾ ਗ੍ਰੀਕ ਅਲਫਾਬੈਟ ਲਿਸਟ ਦੇ ਵਿੱਚ 8ਵਾਂ ਅੱਖਰ ਆਉਂਦਾ ਹੈਗਾ, 8ਵਾਂ ਅੱਖਰ। ਇੱਥੇ ਆਪਾਂ ਨੂੰ ਟ੍ਰਿਗਨੋਮੈਟਰੀ ਥੀਟਾ ਤੋਂ ਭਾਵ ਹੈ ਕੋਈ ਵੀ ਐਂਗਲ, ਥੀਟਾ ਤੋਂ ਭਾਵ ਹੈ ਕੋਈ ਵੀ ਐਂਗਲ। ਹੁਣ ਆਪਾਂ ਸਭ ਤੋਂ ਪਹਿਲਾਂ ਹੁਣ ਸਾਈਨ ਥੀਟਾ ਦੀ ਗੱਲ ਕਰਦੇ ਹੈਗੇ। ਸਾਈਨ ਥੀਟਾ ਕੀ ਹੁੰਦਾ ਹੈਗਾ? ਸਾਈਨ ਥੀਟਾ ਮੈਂ ਉੱਪਰ ਫਾਰਮੂਲਾ ਪੜ੍ਹੇਗਾ, ਪੰਡਤ ਬਾਦਰੀ ਪ੍ਰਸ਼ਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ। ਪੀ ਬਟੇ ਐਚ ਸਾਈਨ ਥੀਟਾ ਹੈਗਾ, ਆਪਾਂ ਉੱਪਰ ਲਿਖੀ ਹੈ। ਪੀ ਕੀ ਹੈ? ਪਰਪੈਂਡੀਕੂਲਰ ਹੈ। ਐਚ ਕੀ ਹੈਗਾ? ਹਾਈਪੋਟੈਨਸ ਹੈ, ਭਾਵ ਲੰਬ ਬਟੇ ਕਰਨ, ਲੰਬ ਬਟੇ ਕਰਨ। ਡਾਇਗਰਾਮ ਦੇ ਵਿੱਚ ਆਪਾਂ ਨੂੰ ਲੰਬ ਕੀ ਦਿੱਤਾ ਹੋਏਗਾ? BC ਦਿੱਤਾ ਹੋਏਗਾ। ਕਰਨ ਆਪਣੇ ਕੋਲ AC ਹੈਗਾ। ਲੰਬ ਆਪਾਂ BC ਕੀ ਆਪਣਾ ਕੁਤੁਬੀ ਮੀਨਾਰ ਹੈਗਾ, AC ਆਪਣਾ ਕੀ ਕਰਨ ਹੈਗਾ। ਤਾਂ ਸਾਈਨ ਥੀਟਾ ਕਾਹਦੇ ਬਰਾਬਰ ਹੈਗਾ? ਲੰਬ ਬਟੇ ਕਰਨ ਦੇ। 6 ਫਾਰਮੂਲੇ ਆਪਾਂ ਚੁਟਕੀ 'ਚ ਕਰ ਲੈਣੇ ਹੈਗੇ। ਕਾਸ ਥੀਟਾ ਕਾਹਦੇ ਬਰਾਬਰ? ਆਪਣੇ ਕੋਲੇ ਆ ਦੇਖੋ, ਖੀਰ ਤੇ ਪ੍ਰਸ਼ਾਦ, ਪੰਡਤ ਬਾਦਰੀ ਪ੍ਰਸ਼ਾਦ। ਪੀ ਮਿੰਟ ਪਰਪੈਂਡੀਕੂਲਰ, ਬੋਲੇ ਮਿੰਟ ਬੇਸ। ਪ੍ਰਸ਼ਾਦ ਬਟੇ ਬੋਲੇ ਆ ਗਿਆ, ਪੀ ਬਟੇ ਬੀ ਆ ਗਿਆ। BC ਆਪਣੇ ਕੋਲੇ ਕੀ ਹੈ? ਲੰਬ ਹੈ, ਆਪਣਾ ਕੀ ਕੁਤੁਬੀ ਮੀਨਾਰ ਹੈ। AB ਕੀ ਆਪਣੇ ਕੋਲ ਆਧਾਰ ਹੈ। ਤਾਂ ਟੈਨ ਥੀਟਾ ਕਾਹਦੇ ਬਰਾਬਰ ਆ ਗਿਆ ਆਪਣੇ ਕੋਲੇ? ਲੰਬ ਬਟੇ ਆਧਾਰ। 3 ਫਾਰਮੂਲੇ ਹੋ ਗਏ ਆਪਣੇ ਬਣ ਗਏ ਬੇਸਿਕ ਫਾਰਮੂਲੇ। 3 ਇਹਦੇ ਉਲਟੇ ਬਣਾ ਦਿਆਂਗੇ ਹੁਣ ਆਪਾਂ ਅੱਗੇ ਨੈਕਸਟ। ਕਾਟ ਥੀਟਾ ਕੀ ਹੁੰਦਾ ਹੈਗਾ? ਟੈਨ ਦਾ ਉਲਟਾ ਹੈ। ਅੱਛਾ, ਅੱਗੇ ਕਾਟ ਥੀਟਾ ਕੀ ਆਪਣਾ? ਟੈਨ ਥੀਟੇ ਦਾ ਉਲਟਾ ਹੈ। ਟੈਨ ਥੀਟਾ ਕੀ ਸੀ ਆਪਣਾ? ਦੱਸੋ, ਸ਼ਾਬਾਸ਼। ਟੈਨ ਥੀਟਾ ਸੀਗਾ ਆਪਣਾ ਕੋਲੇ P ਬਟੇ B, ਲੰਬ ਬਟੇ ਆਧਾਰ ਦੇ। ਇਹ ਕੀ ਬਣ ਗਿਆ? B ਬਟੇ P ਦੇ, ਆਧਾਰ ਬਟੇ ਲੰਬ ਹੋ ਗਿਆ। ਉਹ ਮੇਰੇ ਇੱਕ ਸਾਈਡ ਬਦਲ ਗਈ, AB ਬਟੇ AC। ਆ ਕੀ ਬਣ ਗਿਆ? ਕਾਟ ਥੀਟਾ ਕੀ ਹੈਗਾ? ਟੈਨ ਥੀਟਾ ਦਾ ਉਲਟਾ, ਆਧਾਰ ਬਟੇ ਲੰਬ ਬਣ ਗਿਆ। ਇਸੇ ਤਰ੍ਹਾਂ ਆਪਣਾ ਸੀਕਨ ਥੀਟਾ ਬਣ ਗਿਆ। ਸੀਕਨ ਥੀਟਾ ਕਾਸ ਥੀਟਾ ਦਾ ਉਲਟਾ ਹੁੰਦਾ ਹੈਗਾ। ਕਾਸ ਥੀਟਾ ਕੀ ਹੈ ਆਪਣੇ ਕੋਲੇ? B ਬਟੇ H ਹੈ, H ਬਟੇ B ਹੋ ਗਿਆ। ਸੌਖਾ ਜਿਹਾ ਤਰੀਕਾ ਹੈਗਾ। ਇਹ ਆਧਾਰ ਬਟੇ ਕਰਨਾ, ਇਹ ਕਰਨ ਬਟੇ ਆਧਾਰ ਹੋ ਗਿਆ। ਆ AC ਬਟੇ AC ਲਿਖ ਗਿਆ ਮੈਥੋਂ ਗਲਤ, AC ਬਟੇ AB ਹੋਣਾ ਸੀਗਾ। AC ਕੀ ਆਪਣਾ ਕਰਨਾ ਹੈਗਾ, AB ਆਪਣਾ ਬੇਸ ਹੈ। ਹਾਈਪੋਟੈਨਸ ਬਟੇ ਕੀ ਆ ਗਿਆ? ਆਪਣਾ ਬੇਸ ਆ ਗਿਆ। ਅੱਗੇ ਕੋਸੀਕਨ ਥੀਟਾ, ਕੋਸੀਕਨ ਥੀਟਾ ਹੁੰਦਾ ਹੈਗਾ ਸਾਈਨ ਦਾ ਉਲਟਾ। ਸਾਈਨ ਆਪਣੇ ਕੋਲੇ P ਹੈਗਾ, P ਬਟੇ H ਹੁੰਦਾ, H ਬਟੇ P ਹੋ ਗਿਆ। P ਬਟੇ H ਕੀ? H ਬਟੇ P ਹੋ ਗਿਆ। ਤਾਂ ਉਹ BC ਬਟੇ AC, AC ਬਟੇ BC ਹੋ ਗਿਆ। ਕੀ ਬਣ ਗਿਆ ਇਹ? ਕੋਸੀਕਨ ਥੀਟਾ ਆਪਣਾ ਬਣ ਗਿਆ ਹਾਈਪੋਟੈਨਸ ਬਟੇ ਪਰਪੈਂਡੀਕੂਲਰ, ਭਾਵ ਕਰਨ ਬਟੇ ਲੰਬ। ਬਹੁਤ ਸੌਖਾ ਤਰੀਕਾ ਹੈਗਾ। 6 ਫਾਰਮੂਲੇ ਬੇਸਿਕ ਆਪਾਂ ਮਿੰਟ 'ਚ ਹੀ ਬਣਾ ਲਏ। 1 ਮਿੰਟ ਦੇ ਵਿੱਚ ਆਪਾਂ 6 ਫਾਰਮੂਲੇ ਬਣਾ ਲਏ। ਨੈਕਸਟ ਹੈਗਾ 6 ਭੁਜਾਵਾਂ ਵਾਲਾ। 6 ਭੁਜਾਵਾਂ ਵਾਲਾ ਡਾਇਗਰਾਮ ਬਣਾਉਣੀ ਹੈਗੀ। ਡਾਇਗਰਾਮ ਬਣਾ ਲਈ ਆਪਾਂ 6 ਭੁਜਾਵਾਂ ਵਾਲੀ।
6 ਭੁਜਾਵਾਂ ਬਣਾਤੀਆਂ। 6 ਭੁਜਾਵਾਂ ਤੋਂ ਭਾਵ ਆਪਾਂ ਕਹਿੰਦੇ ਹੈਕਸਾਗਨ, ਇਹਨੂੰ ਆਪਾਂ ਕਹਿੰਦੇ ਹੈਗੇ ਹੈਕਸਾਗਨ। ਆਪਾਂ ਛੋਟੀਆਂ ਜਮਾਤਾਂ 'ਚ ਪੜ੍ਹਿਆ ਹੈਗਾ 6 ਸਾਈਡਾਂ ਤੋਂ ਬਣੀ ਆਕਿਰਤੀ ਨੂੰ ਕੀ ਕਹਿੰਦੇ ਹੈਗੇ ਹੈਕਸਾਗਨ ਕਹਿੰਦੇ ਹੈਗੇ। ਹੁਣ ਆਪਾਂ ਇਹਨਾਂ ਦੇ ਡਾਇਗਨਲ ਆ ਜਿਹੜੇ 6 ਡਾਇਗਨਲ ਮਿਲਿਆਤੇ ਆਪਸ ਵਿੱਚ, ਸਿੱਧੇ ਖੂੰਜੇ ਮਿਲਿਆਤੇ, ਖੂੰਜੇ ਨੂੰ ਖੂੰਜਾ ਮਿਲਿਆਤਾ, ਭਾਵ ਆਪਾਂ ਕੋਨਿਆਂ ਨੂੰ ਮਿਲਿਆਤਾ। ਹੁਣ ਆਪਣੇ ਕੋਲ ਇਧਰਲੇ ਪਾਸੇ ਖੱਬੇ ਪਾਸੇ ਮੈਂ ਪੇਜ ਦੇ ਉੱਤੇ ਲਿਖਿਆ ਹੈਗਾ ਜਿਹੜੇ ਆਪਾਂ 6 ਫਾਰਮੂਲੇ ਬਣਾਏ, ਯਾਦ ਰੱਖਣੇ ਪੈਣਗੇ ਆਪਾਂ ਨੂੰ। ਕੋਈ ਗੱਲ ਬੇਟੇ ਸਾਈਨ ਥੀਟਾ ਪੀ ਬਟੇ ਐਚ, ਕਾਸ ਥੀਟਾ ਬੀ ਬਟੇ ਐਚ, ਟੈਨ ਥੀਟਾ ਪੀ ਬਟੇ ਬੀ। ਕੋਟੇਂਜੈਂਟ ਸੀਕੈਂਟ ਕੋਸੀਕੈਂਟ ਇਹ ਤਾਂ ਆਟੋਮੈਟਿਕਲੀ ਆ ਜਾਂਦੇ, ਉਹਨਾਂ ਦਾ ਉਲਟਾ ਹੈ ਤਿੰਨਾਂ ਦਾ। ਕੋਟੇਂਜੈਂਟ ਆਪਣਾ ਟੈਨ ਦਾ ਉਲਟਾ ਆ ਗਿਆ, ਸੀਕੈਂਟ ਆਪਣਾ ਕਾਸ ਦਾ ਉਲਟਾ ਆ ਗਿਆ, ਕੋਸੀਕੈਂਟ ਆਪਣਾ ਸਾਈਨ ਦਾ ਉਲਟਾ ਆ ਗਿਆ। ਇਸ ਡਾਇਗਰਾਮ ਦੇ ਵਿੱਚ ਆਪਾਂ ਸਿਰਫ ਇੱਕ ਵੀ ਆਪਾਂ ਸ਼ੁਰੂ ਕਿੱਥੋਂ, ਨਾਮ ਦੇਣੇ ਹੈ 6 ਨਾਮ ਦੇਣੇ ਆਪਾਂ, ਬਹੁਤ ਸੌਖੇ ਨਾਮ ਹੈਗੇ ਤੇ 39 ਫਾਰਮੂਲੇ ਆਪਣੇ ਡਾਇਗਰਾਮ ਤੋਂ ਬਣਨਗੇ। 6 ਆਪਾਂ ਫਾਰਮੂਲੇ ਸਿੰਪਲ ਬਣਾਤੇ। ਸਭ ਤੋਂ ਪਹਿਲਾਂ ਆਪਾਂ ਖੱਬੇ ਪਾਸੇ ਟੈਨ ਥੀਟਾ ਲਿਖ ਦਿੰਦੇ। ਹੁਣ ਟੈਨ ਥੀਟਾ ਕਾਹਦੇ ਬਰਾਬਰ ਹੁੰਦਾ ਹੈ? ਉਦੋਂ ਬਾਅਦ ਆਪਾਂ ਕਲੌਕਵਾਈਜ਼ ਚੱਲਣਾ ਹੈ। ਘੜੀ ਦੀ ਸੂਈ ਕਲੌਕਵਾਈਜ਼ ਘੁੰਮਦੀ ਹੈ। ਘੜੀ ਦੀ ਸੂਈ ਕੀ ਆ? ਕਲੌਕਵਾਈਜ਼। ਭਾਵ ਆਪਾਂ ਸੱਜੇ ਹੱਥ ਨੂੰ ਜੇ ਘੁਮਾਈ ਚੱਲੀਏ ਤਾਂ ਕਲੌਕਵਾਈਜ਼ ਹੋਗਾ ਸੱਜੇ ਹੱਥ ਨੂੰ, ਜੇ ਸੱਜੇ ਹੱਥ ਨੂੰ ਪੁੱਠਾ ਘੁਮਾਈਏ ਤਾਂ ਐਂਟੀ ਕਲੌਕਵਾਈਜ਼, ਤਾਂ ਆਪਾਂ ਕਲੌਕਵਾਈਜ਼ ਚੱਲ ਪਏ। ਤਾਂ ਟੈਨ ਥੀਟਾ ਕਾਹਦੇ ਬਰਾਬਰ ਹੁੰਦਾ ਹੈ? ਉਦੋਂ ਬਾਅਦ ਸਾਈਨ ਥੀਟਾ ਵਟੇ ਕਾਸ ਥੀਟਾ ਹੁੰਦਾ। ਟੈਨ ਥੀਟਾ ਲਿਖ ਲਿਆ, ਫਿਰ ਸਾਈਨ ਲਿਖ ਲਿਆ, ਫਿਰ ਕਾਸ ਲਿਖ ਲਿਆ। ਵੈਸੇ ਤਿੰਨੇ ਯਾਦ ਰੱਖਣੇ, ਸੌਖਾ ਜਿਹਾ ਤਰੀਕਾ ਹੈ। ਟੈਨ ਦੇ ਸਾਹਮਣੇ ਸਾਈਨ ਦਾ ਉਲਟਾ ਕਿਹੜਾ ਹੁੰਦਾ ਹੈਗਾ? ਕੋਟੇਂਜੈਂਟ ਥੀਟਾ ਹੁੰਦਾ। ਸਾਈਨ ਦੇ ਸਾਹਮਣੇ ਸਾਈਨ ਦਾ ਉਲਟਾ ਕੋਸੀਕੈਂਟ ਥੀਟਾ ਹੁੰਦਾ। ਕਾਸ ਦੇ ਸਾਹਮਣੇ ਕਾਸ ਦਾ ਉਲਟਾ ਸੀਕੈਂਟ ਥੀਟਾ ਹੁੰਦਾ ਹੈ। ਚੁਟਕੀ ਦਾ ਕੰਮ ਹੀ ਹੈ, ਕੋਈ ਔਖੇ ਨਹੀਂ। ਦੇਖੋ ਇਹ ਡਾਇਗਰਾਮ ਬਹੁਤ ਵਾਰੀ ਆਪਾਂ 6 ਵਾਰੀ ਬਣਾਵਾਂਗੇ, ਫਿਰ ਫਾਰਮੂਲੇ ਬਣਨਗੇ। ਸਭ ਤੋਂ ਪਹਿਲਾਂ ਖੱਬੇ ਪਾਸੇ ਆਪਾਂ ਟੈਨ ਥੀਟਾ ਲਿਖਤਾ, ਉੱਪਰ ਆਪਾਂ ਸਾਈਨ ਥੀਟਾ ਲਿਖਤਾ, ਨਾਲ ਹੀ ਫਿਰ ਕਾਸ ਥੀਟਾ। ਉਦੋਂ ਬਾਅਦ ਸਾਹਮਣੇ ਵਾਲੇ ਐਂਗਲ ਦੇਤੇ, ਸਾਹਮਣੇ ਟੈਨ ਦਾ ਉਲਟਾ ਕਾਸ ਥੀਟਾ ਕਰਤਾ, ਸਾਈਨ ਦੇ ਸਾਹਮਣੇ ਸਾਈਨ ਦਾ ਉਲਟਾ ਕੋਸੀਕੈਂਟ ਹੁੰਦਾ, ਕਾਸ ਦੇ ਸਾਹਮਣੇ ਕਾਸ ਦਾ ਉਲਟਾ ਸੀਕੈਂਟ ਹੁੰਦਾ। ਹੁਣ ਆਪਾਂ ਕਲੌਕਵਾਈਜ਼ ਚੱਲਾਂਗੇ। ਜੇਕਰ ਕਹਿੰਦਾ ਆਪਾਂ ਨਾਮ ਦੇਣਾ ਭੁੱਲ ਗਏ ਤਾਂ ਆਪਾਂ ਸੱਜੇ ਪਾਸੇ ਤਿੰਨੇ ਸੀ ਵਾਲੇ ਨਾਮ ਦੇ ਦੇਣੇ। ਭੁੱਲਦਾ ਹੀ ਨਹੀਂ ਕੋਈ ਵੀ ਸਿਖਿਆਰਥੀ ਨਾਮ ਦੇਣਾ, ਕੋਈ ਵੀ ਸਟੂਡੈਂਟ ਨਾਮ ਦੇਣਾ ਭੁੱਲਦਾ ਹੀ ਨਹੀਂ, ਸੌਖਾ ਜਿਹਾ ਤਰੀਕਾ ਹੈਗਾ। ਸੱਜੇ ਪਾਸੇ ਤਿੰਨੇ ਸੀ ਵਾਲੇ ਨਾਮ ਦਿੱਤੇ, ਕਾਸ ਥੀਟਾ, ਕੋਟੇਂਜੈਂਟ ਤੇ ਕੋਸੀਕੈਂਟ। ਤਾਂ ਖੱਬੇ ਪਾਸੇ ਕੀ ਇਹਦੇ ਉਲਟੇ ਕਰ ਦੇਣੇ ਨਾਮ, ਇਹਦੇ ਆਪਾਂ ਉਲਟੇ ਨਾਮ ਦੇਣੇ ਆ। ਹੁਣ ਆਪਾਂ ਇਹ ਡਾਇਗਰਾਮ ਤੋਂ ਫਾਰਮੂਲੇ ਬਣਾਵਾਂਗੇ 6, ਵੈਸੇ ਤਾਂ 39 ਬਣਾਵਾਂਗੇ, ਪਰ ਸਭ ਤੋਂ ਪਹਿਲਾਂ 6 ਬਣਾਉਣੇ ਆ ਤੇ ਆਪਾਂ ਸਿੱਧ ਕਰ ਦਿਆਂਗੇ। ਸਭ ਤੋਂ ਪਹਿਲਾਂ ਆਪਾਂ 6 ਫਾਰਮੂਲੇ ਬਣਾਵਾਂਗੇ ਤੇ ਸਿੱਧ ਕਰਾਂਗੇ। ਅੱਛਾ, ਸਭ ਤੋਂ ਪਹਿਲਾਂ ਆਪਾਂ ਫਾਰਮੂਲਾ ਬਣਾਤਾ ਟੈਨ ਥੀਟਾ ਬਰਾਬਰ ਹੁੰਦਾ ਹੈਗਾ ਸਾਈਨ ਥੀਟਾ ਬਟੇ ਕਾਸ ਥੀਟਾ। ਸਾਈਨ ਥੀਟਾ ਬਟੇ ਕਾਸ ਥੀਟਾ ਭਾਵ ਅਗਲੇ ਦੋਵਾਂ ਦਾ ਬਟੇ। ਇਸ ਤਰ੍ਹਾਂ ਅਗਲਾ ਦਿੱਤਾ ਮੈਂ ਸਾਈਨ ਥੀਟਾ ਬਰਾਬਰ ਹੁੰਦਾ ਕਾਸ ਥੀਟਾ ਬਟੇ ਕੋਟੇਂਜੈਂਟ ਥੀਟਾ। ਆਪਾਂ ਨੂੰ ਮਾੜਾ ਡਾਇਗਰਾਮ ਤੇ ਜਾਣਾ ਪਊ, ਪਿੱਛੇ ਆ ਜਾਓ। ਟੈਨ ਥੀਟਾ ਬਰਾਬਰ ਹੁੰਦਾ ਹੈਗਾ ਅਗਲੇ ਦੋਵਾਂ ਦਾ ਬਟਾ ਸਾਈਨ ਥੀਟਾ ਬਟੇ ਕਾਸ। ਸਾਈਨ ਥੀਟਾ ਬਰਾਬਰ ਹੁੰਦਾ ਹੈਗਾ ਅਗਲੇ ਦੋਵਾਂ ਦਾ ਬਟਾ ਕਾਸ ਥੀਟਾ ਬਟੇ ਕੋਟੇਂਜੈਂਟ ਥੀਟਾ। ਅੱਗੇ ਨੈਕਸਟ ਕਾਸ ਥੀਟਾ ਬਰਾਬਰ ਹੁੰਦਾ ਹੈਗਾ ਕੋਟੇਂਜੈਂਟ ਬਟੇ ਕੋਸੀਕੈਂਟ ਦੇ। ਅੱਗੇ ਨੈਕਸਟ ਕੋਟੇਂਜੈਂਟ ਥੀਟਾ ਬਰਾਬਰ ਹੁੰਦਾ ਹੈਗਾ ਕੋਸੀਕੈਂਟ ਬਟੇ ਸੀਕੈਂਟ ਦੇ। ਕੋਸੀਕੈਂਟ ਥੀਟਾ ਕਹਾਂ के चलो सीकैंट थीटे बटे टैन थीटा। देखो सीकैंट थीटा क्या होता है टैन थीटा बटे साइन थीटा। ये सारे नेक्स्ट को तो मर्जी लग जाइए फार्मूला अगले दोवां दा पटे कर देंगे ते इन्हां नूं आपां प्रूव करांगे। हुण प्रूफ सिद्ध करांगे। हुण टैन थीटा पर तो पहला लिख टैन थीटा साइन बटे होंदा है। टैन थीटा परपेंडिकुलर बटे बेस होंदा है, भाव लंब बटे आधार होंदा है। हुण आपां टैन थीटा साइन थीटा बटे cos थीटा प्रूव कर दे लंब बटे आधार किवें आज। सब तो पहला अपना आ गया टैन थीटा। टैन थीटा बराबर आप करें डायग्राम तो अगले दोवां दा बटा साइन थीटा बटे cos थीटा। साइन थीटा काहदे बराबर हुंदा है बेटे लंब करन दे p बटे h दे परपेंडिकुलर बटे हाइपोटेनस। cos थीटा काहदे बराबर हुंदा है बेस बटे हाइपोटेनस आधार बटे कर्ण। भाव साइन थीटा नूं आपां cos थीटा डिवाइड कीता है। साइन थीटा डिवाइड बाय cos थीटा बटे ऊपर जाके इधर रकम की उल्टी P बटे H मल्टीप्लाई करता H बटे B बन गया। H नाल H कैंसल अपने को आ गया P बटे B परपेंडिकुलर बटे बेस अपने को लंब बटे की आ गया आधार। टैन थीटा काहदे बराबर होंदा है आप सब तो पहले 6 फार्मूला कीता है। टैन थीटा बराबर होंदा है अपना लंब बटे आधार। पहला फार्मूला अपना प्रूव करता। नैक्सट फार्मूला आप पिछे जाने माड़ा जा साइन थीटा काहदे बराबर है साइन थीटा अगले दोवां दा साइन थीटा बराबर cos कोटेंजेंट दे। cos थीटा काहदे बराबर हुंदा आपां देखीए आधार बटे कर्ण दे b बटे h दे। कोटेंजेंट काहदे बराबर हुंदा हैगा आधार बटे लंब दे। टैन दा उल्टा टैन लंब बटे आधार हुंदा है। कोटेंजेंट की आधार बटे लंब आ गया b बटे p आ गया। ये जाके उल्ट गई रकम b बटे h इंटू p बटे p। b नाल b कैंसल p बटे h आ गया। p परपेंडिकुलर h हाइपोटेनस की आ गया अपने कोले लंब बटे कर्ण। साइन थीटा प्रूव हो गया ना अपना।
ਵੀ cos थीटा बटे कोटेंजेंट थीटा। नैक्सट तीजा फार्मूला ਆਪਾਂ कर देंगे। कई बार अपने मन ਦੇ ਵਿੱਚ ਆਪਾਂ ਚੀਜ਼ ਪ੍ਰੂਵ ਕਰਾਂਗੇ ਕਿ ਕਿਵੇਂ ਬਣੇਗਾ। ਨੈਕਸਟ ਤੀਜਾ ਹੈਗਾ cos थीटा ਬਰਾਬਰ ਹੁੰਦਾ ਹੈਗਾ ਕੋਟੇਂजेंट थीटा बटे कोसेकेंट थीटा। ਤੇ cos ਕਾਹਦੇ ਬਰਾਬਰ ਹੈ? ਅਗਲੇ ਦੋਵਾਂ ਦਾ ਬਟਾ कोटेंजेंट बटे कोसेकेंट ਦੇ ਆਪਾਂ ਪ੍ਰੂਵ ਕਰਦੇ ਹਾਂ। कोटेंजेंट थीटा बटे ਕਾਹਦੇ ਬਰਾਬਰ ਹੁੰਦੇ ਆ? tan ਲੰਬੇ ਦਾ ਹੈ, ਧਾਰ ਬਟੇ ਲੰਬੇ, ਬੇਸ ਬਟੇ ਪਰਪੈਂਡੀਕੂਲਰ ਹੋ ਗਏ। कोसेकेंट का बराबर होता है sin का उल्टा, sin p बटे h आ गया, p है कोटेंस बटे परपेंडिकुलर। अब कारण बटा ताकि उल्टी रकम b बटे मल्टीप्लाई बाय p h बटे p की हो गया p बटे h फार्मूला रहेगा फॉर्मूला कितना ही है तो प्रूव करता cos थीटा बराबर होता है कोटेंजेंट थीटा बटे tan दे। अगे नैक्सट सी अपना कॉट थीटा का अगले दोनों का बटे कोसेकेंट बटे सीकेंट दे। ये भी प्रूव करते हैं आप कॉट थीटा कोसेकेंट बटे सीकेंट दे। ये प्रूव करते हैं कॉट टैन का उल्टा होता है ना लंब आधार बटे लंब, टैन लंब बटे आधार होता है आधार बटे लंब। ये आप पता प्रूव करते हैं कॉट थीटा बराबर कोसेकेंट बटे सीकेंट। कोसेकेंट का बराबर आ गया सैन का उल्टा एच बटे पी, सैन पी बटे एच बटे पी आ गया। सीकेंट कि उल्टा होगा सीकेंट थीटा कॉस का उल्टा कॉस बी बटे एच है, आधार बटे करना ये करना बटे आधार आ गया एच बटे हो गया। आ देखो एच कैंसिल बी बटे पी आ गया तो cos थीटा बराबर है अपना बी बटे पी आधार बटे लंब दे। प्रूव करता आप। नैक्सट पंजवां फार्मूला है जो अपना कोसेकेंट थीटा ये सिंपल फार्मूले है। जो आप ट्रिगोनोमेट्री के क्वेश्चन करांगे ना तो इन्हों की हर थां जिवें सीकेंट बटे टी टैन आ गया तो आप वो कड़क के नाल कोसेकेंट थीटा पा देंगे बराबर कोसेकेंट कैंसिल हो जू। अं क्वेश्चन कड़क मिनटों मिनट ही हल होंगे सारे। आ देखो कोसेकेंट थीटा का बराबर अगले दोवां का बटा सीकेंट बटे टैन दे। हुण आपां सीकेंट बटे टैन होंदा कोसेकेंट का बराबर होंदा हैगा सैन का उल्टा करन बटे लंब होना चाहिए। सीकेंट बटे टैन एच बटे बी भाव की है करन बटे आधार टैन थीटा का बराबर अपना लंब बटे आधार दे। अपन आउंदे है एच बटे बी रकम उल्ट गई जाके बी बटे पी आ गया, बी नाल बी कैंसल अपने को की आ गया एच बटे पी करन बटे लंब। प्रूव हो गया ना, प्रूव हो गया। राइट हैंड साइड इक्वल टू लैफ्ट हैंड साइड। नैक्सट अपना 6वां फार्मूला है डायग्राम का। यह डायग्राम तो आप 39 फार्मूले बनाने। सीकेंट थीटा बराबर होंगे टैन थीटा बटे सैन थीटा। सीकेंट थीटा देख लो इधर अगे। नैक्सट दोवां का बटा सीकेंट थीटा बराबर है टैन बटे सैन। ये डायग्राम याद रखनी है कुछ याद भी होगी। सीकेंट टैन बटे सैन टैन का बराबर होंगे लंब बटे आधार दे परपेंडिकुलर बटे बेस। सैन थीटा अपना होंगे है परपेंडिकुलर बटे हाइपोटेंस भाव लंब बटे करन दे। पी बटे बी आ उल्ट गई रकम एच बटे पी, पी नाल पी कैंसल अपने को आ गया एच बटे बी। एच की अपना करना है, बी की अपना आधार है। क्या फार्मूले बन गए 6 फार्मूले आप ट्रिगोनोमेट्री दे होर सिक ले। 6 तो 6 कितने कर ले आप 12 फार्मूले कर ले। नैक्सट नैक्सट की हैगी वही डायग्राम अपने को टैन थीटा वही आप सारा कुछ लिख लेना उमें टैन थीटा लिख लिया सब तो पहला, फिर सैन फिर कॉस फिर कोटेंजेंट फिर कोसेकेंट फिर सीकेंट। अपने को शेप बने ट्रायंगल बने अपने को 5 ट्रायंगल लेने हैं। हुण आपां क्लॉकवाइज स्टार्ट होना है जिवें घड़ी दी सूई सज्जे पासे नूं चलदी है ना उवें। बहुत सौखा ते बहुत वधिया तरीका फार्मूले याद करन दा। सेंटर दे विच आपां 1 लिख लिया, सेंटर दे विच की लिख लिया आपां 1 लिख लिया। हुण आपां स्क्वायर वाले फार्मूले बनावांगे। सब तो पहला आपां पढ़िया तो हैगा भी सैन स्क्वायर थीटा प्लस कॉस स्क्वायर थीटा। मैं 3 थाई बनाए क्लॉकवाइज एरो बनाया हुआ हैगा। सैन स्क्वायर थीटा प्लस कॉस स्क्वायर थीटा बराबर काहदे हुंदा हैगा 1 दे हुंदा हैगा। सैन स्क्वायर थीटा इत्थों चल पे आपां सैन स्क्वायर थीटा प्लस कॉस स्क्वायर थीटा 1 दे हुंदा है। उपरों लैफ्ट हैंड साइड तो चलते हैं आप ट्रायंगल के उपरों लैफ्ट हैंड साइड तो चल पे लैफ्ट हैंड साइड तो सैन थीटा सैन स्क्वायर थीटा प्लस कॉस स्क्वायर थीटा बराबर 1 दे। दूसरा फार्मूला बन पहला फार्मूला बन गया अपना। अगला 1 प्लस 1 दूसरे तो प्लस कॉस स्क्वायर थीटा बराबर है अपने को कोसेकेंट स्क्वायर थीटा। 1 प्लस कॉस स्क्वायर थीटा बराबर आ गया कोसेकेंट स्क्वायर थीटा। जो आप प्रूव भी करांगे
ਸੀਕਨ ਸਕੁਆਇਰ ਥੀਟਾ। ਇਹ ਆਪਾਂ ਚੱਲਿਆ ਸੀ ਕਲੌਕਵਾਈਜ਼। ਇਸ ਤੋਂ ਬਾਅਦ ਆਪਾਂ ਚੱਲਾਂਗੇ ਇਹੀ ਤਿੰਨੇ ਡਾਇਗਰਾਮ ਹੈ ਹੋਣਾ ਆਪਾਂ ਤਾਂ ਹੁਣ ਆਪਾਂ ਸ਼ੁਰੂ ਹੋਣਾ ਹੈਗਾ ਨੀਚੇ ਤੋਂ। ਸਭ ਤੋਂ ਪਹਿਲਾਂ ਆਪਣੇ ਕੋਲ ਕੀ ਹੈਗਾ, ਮਾਈਨਸ ਕਰਨਾ ਹੈਗਾ 1 cos ਸਕੁਆਇਰ ਥੀਟਾ ਬਰਾਬਰ ਹੁੰਦਾ ਹੈਗਾ sin ਸਕੁਆਇਰ ਥੀਟਾ ਦੇ। 1 ਮਾਈਨਸ cos ਸਕੁਆਇਰ ਥੀਟਾ ਬਰਾਬਰ ਹੁੰਦਾ ਹੈਗਾ sin ਸਕੁਆਇਰ ਥੀਟਾ ਦੇ। ਅਗਲਾ ਨੈਕਸਟ ਥੱਲੇ ਚੱਲਣਾ ਨੀਚੇ ਤੋਂ ਕੋਸੇਕਨ ਸਕੁਆਇਰ ਥੀਟਾ ਮਾਈਨਸ ਕੋਟੇਂਜੈਂਟ ਸਕੁਆਇਰ ਥੀਟਾ ਬਰਾਬਰ ਹੁੰਦਾ ਹੈਗਾ 1 ਦੇ। ਕੁਝ ਵੀ ਨਹੀਂ, ਗੱਲ ਬੜਾ ਧਿਆਨ ਦੇਣ ਦੀ ਲੋੜ ਹੈ। ਕੋਸੇਕਨ ਸਕੁਆਇਰ ਥੀਟਾ ਮਾਈਨਸ ਕੋਟੇਂਜੈਂਟ ਸਕੁਆਇਰ ਥੀਟਾ ਦਾ 1 ਦੇ। ਅਗਲਾ ਨੈਕਸਟ ਤੀਸਰਾ ਫਾਰਮੂਲਾ ਫਿਰ ਨੀਚੇ ਚੱਲਾਂਗੇ ਸੀਕਨ ਸਕੁਆਇਰ ਥੀਟਾ -1 ਬਰਾਬਰ ਆ ਗਿਆ tan ਸਕੁਆਇਰ ਥੀਟਾ ਦੇ। ਉਹੀ ਡਾਇਗਰਾਮ ਹੈ, ਕੱਲੀ ਇੱਕੋ ਡਾਇਗਰਾਮ ਤੇ 39 ਫਾਰਮੂਲੇ ਟ੍ਰਿਗਨੋਮੈਟਰੀ ਦੇ ਬਣਦੇ। ਸੀਕਨ ਸਕੁਆਇਰ ਥੀਟਾ -1 ਬਰਾਬਰ ਹੁੰਦਾ ਹੈਗਾ tan ਸਕੁਆਇਰ ਥੀਟਾ। ਇਹ 6 ਫਾਰਮੂਲੇ ਆਪਣੇ ਟ੍ਰਿਗਨੋਮੈਟਰੀ ਦੇ ਹੋਰ ਬਣੇ। ਅੱਗੇ ਆ ਗਿਆ ਆਪਣੇ ਕੋਲੇ ਸੈਂਟਰ ਦੇ ਵਿੱਚ ਆਪਾਂ 1 ਲਿਖੇਗਾ। ਸੈਂਟਰ ਦੇ ਵਿੱਚ ਕੀ ਲਿਖੇਗਾ ਆਪਾਂ, ਸੈਂਟਰ ਦੇ ਵਿੱਚ ਆਪਾਂ ਕੀ ਲਿਖੇਗਾ 1 ਲਿਖੇਗਾ। ਤਾਂ ਉਹੀ ਡਾਇਗਰਾਮ ਹੈ, ਸੇਮ ਡਾਇਗਰਾਮ ਯਾਦ ਰੱਖ ਲਓ। tan ਥੀਟਾ ਖੱਬੇ ਪਾਸੇ ਹੈਗਾ, tan ਕਾਹਦੇ ਬਰਾਬਰ ਹੁੰਦਾ sin ਵਟੇ cos ਦੇ, ਨਾਲ ਹੀ sin ਤੇ cos ਲਿਖਤਾ। ਸਾਹਮਣੇ ਆਪਾਂ ਇਹਦੇ ਕੀ ਹੈ ਉਲਟੇ ਲਿਖਤੇ। tan ਦਾ ਉਲਟਾ ਕੀ ਹੁੰਦਾ ਹੈਗਾ ਕੋਟੇਂਜੈਂਟ ਥੀਟਾ, sin ਦਾ ਉਲਟਾ ਕੀ ਹੁੰਦਾ ਕੋਸੇਕਨ ਥੀਟਾ, cos ਦਾ ਉਲਟਾ ਕੀ ਹੁੰਦਾ ਹੈਗਾ ਸੀਕਨ। ਜਿੱਥੇ ਸਾਰੇ ਡਾਇਗੋਨਲ ਕੱਟਦੇ ਹੈਗੇ ਉੱਥੇ ਕੀ ਲਿਖਤਾ ਆਪਾਂ, ਜਿੱਥੇ ਸਾਰੇ ਡਾਇਗੋਨਲ ਕੱਟਦੇ ਹੈਗੇ ਭਾਵ ਆਪਾਂ 6 ਕੋਨਿਆਂ ਨੂੰ ਮਿਲਿਆ ਤਾਂ ਉੱਥੇ ਸੈਂਟਰ ਦੇ ਵਿੱਚ ਆਪਾਂ 1 ਲਿਖਤਾ। 1 ਲਿਖਤਾ। ਹੁਣ ਕੀ ਹੈਗਾ, ਆਮੋ ਸਾਹਮਣੇ ਦੀ ਗੁਣਾ 1 ਹੋਵੇਗੀ। ਆਮੋ ਸਾਹਮਣੇ ਦੀ ਗੁਣਾ 1 ਹੋਵੇਗੀ। 3 ਫਾਰਮੂਲੇ ਬਣਨਗੇ 1 ਮਿੰਟ ਦੇ ਵਿੱਚ ਹੀ। ਦੇਖੋ tan ਦੇ ਸਾਹਮਣੇ ਕਿਹੜਾ ਹੈਗਾ ਕੋਟੇਂਜੈਂਟ, ਇਹਨੂੰ ਆਪਾਂ ਪ੍ਰੂਵ ਵੀ ਕਰਾਂਗੇ ਨਾ ਵੀ ਕਿਵੇਂ 1 ਹੋਊਗਾ। tan ਥੀਟਾ ਮਲਟੀਪਲਾਈ ਬਾਈ ਕੋਟੇਂਜੈਂਟ ਥੀਟਾ ਬਰਾਬਰ ਹੈ 1 ਦੇ। sin ਥੀਟਾ ਮਲਟੀਪਲਾਈ ਬਾਈ ਕੋਸੇਕਨ ਥੀਟਾ ਬਰਾਬਰ ਹੈ 1 ਦੇ। cos थीटा मल्टीप्लाई बाय सेकंड थीटा बराबर है 1 ਦੇ। ਹੁਣ ਤਾਂ tan थीटा ਲੰਬ ਬਟੇ ਆਧਾਰ ਦੇ ਹੁੰਦਾ, ਪਰਪੈਂਡੀਕੂਲਰ ਬਟੇ ਬੇਸ, ਪਰਪੈਂਡੀਕੂਲਰ ਬਟੇ ਬੇਸ। ਕੋਟੇਂਜੈਂਟ ਥੀਟਾ ਕਾਹਦੇ ਬਰਾਬਰ ਹੁੰਦਾ ਹੈਗਾ, ਆਧਾਰ ਬਟੇ ਕਰਨ ਦੇ ਬੇਸ ਬਟੇ ਪਰਪੈਂਡੀਕੂਲਰ, ਬੇਸ ਬਟੇ ਪਰਪੈਂਡੀਕੂਲਰ। ਬੇਸ ਨਾਲ ਬੇਸ ਕੈਂਸਲ, ਪੀ ਨਾਲ ਪੀ ਕੈਂਸਲ, 1 ਆ ਗਿਆ ਨਾ। ਇਹ ਚੁਟਕੀ ਜੀ ਹੋ ਜੂ ਕੰਮ। tan ਮਲਟੀਪਲਾਈ ਬਾय ਕੋਟੇਂਜੈਂਟ ਥੀਟਾ ਪ੍ਰੂਵ ਕਰ ਲਿਆ ਆਪਾਂ। दूसरे लोड प्रूव कर रहा है tan थीटा बटे cos थीटा, cos थीटा बटे sin थीटा, cos नाल cos कैंसल, sin नाल sin कैंसल, फिर भी 1 दे। ठीक है ना गल, ਆਪਾਂ ਇਹ प्रूव कर लिया। नेक्स्ट sin थीटा मल्टीप्लाई बाय कोसेकन थीटा काहे बराबर 1 दे। आमो सामने ਦੀ ਗੁਣਾ ਕਰਾਂਗੇ ਤਾਂ ਕੀ ਆਊਗਾ 1 ਆਊਗਾ। sin थीटा ਕਾहे ਬਰਾਬਰ ਆਪਾਂ ਲੰਬ ਬਟੇ ਕਾਹਦੇ ਬਰਾਬਰ ਹੁੰਦਾ जसवाल सर अनम्यूट करो प्लीज।
sin थीटा मल्टीप्लाई कोसेकंड थीटा बराबर ਹੁੰਦਾ ਹੈਗਾ ਬਣ ਦੇ sin थीटा ਕਾਹਦੇ ਬਰਾबर ਹੁੰਦਾ ਹੈਗਾ p ਬਟੇ h। ਸਾਰਾ ਆਵਾਜ਼ ਆਉਂਦੀ ਹੈ ਜੀ? ਹੈਲੋ हाँ जी आ रही जी, ਹੈਲੋ आ रही सर, आ रही जी। ठीक है सर। बटे हाइपोटेंस ਇਹ ਹੁੰਦਾ ਹੈਗਾ ਲੰਬ ਬਟੇ ਕਰਨ ਦੇ ਮਲਟੀਪਲਾਈ ਬਾਈ ਕੋਸੇਕੰਡ ਥੀਟਾ ਬਰਾਬਰ ਹੁੰਦਾ ਹੈਗਾ h ਬਟੇ p ਦੇ। ਹਾਈਪੋਟੈਨਸ ਬਟੇ ਪਰਪੈਂਡੀਕੂਲਰ ਦੇ ਸਾਈਨ ਦਾ ਉਲਟਾ ਹੁੰਦਾ ਕੋਸੇਕੰਡ, ਜੋ ਸਾਈਨ ਨੂੰ ਕੋਸੇਕੰਡ ਨਾਲ ਮਲਟੀਪਲਾਈ ਕਰਾ h ਨਾਲ h ਕੈਂਸਲ, p ਨਾਲ p ਕੈਂਸਲ ਬਰਾਬਰ ਆ ਗਿਆ ਬਣ ਦੇ। ਨੈਕਸਟ ਹੈ ਆਪਣਾ cos ਥੀਟਾ ਦੇ ਸਾਹਮਣੇ ਆਪਾਂ cos ਥੀਟਾ ਮਲਟੀਪਲਾਈ ਬਾਈ ਸੇਕੰਡ ਥੀਟਾ ਬਰਾਬਰ ਹੈ ਬਣ ਦੇ। ਉੱਪਰ ਡਾਇਗਰਾਮ ਨੇ ਦੇਖੋ ਆਮੋ ਸਾਹਮਣੇ ਦੀ ਗੁਣਾ ਬਰਾਬਰ ਹੈ 1 ਹੋਵੇਗੀ। cos ਥੀਟਾ ਬਰਾਬਰ ਹੁੰਦਾ ਹੈਗਾ ਬੇਸ ਬਟੇ ਹਾਈਪੋਟੈਨਸ ਆਧਾਰ ਬਟੇ ਕਰਨ ਮਲਟੀਪਲਾਈ ਬਾਈ ਹਾਈਪੋਟੈਨਸ ਬਟੇ ਬੇਸ ਕਰਨ ਬਟੇ ਆਧਾਰ। cos ਸੇਕੰਡ ਦਾ ਜਿਹੜਾ cos ਦਾ ਉਲਟਾ ਹੁੰਦਾ ਹੈ ਆਟੋਮੈਟਿਕਲੀ ਪਤਾ ਜੇ ਆਪਾਂ cos ਥੀਟਾ ਮਲਟੀਪਲਾਈ ਬਾਈ ਕੋਸੇਕੰਡ ਥੀਟਾ ਕਰਾਂਗੇ ਕੋਸੇਕੰਡ ਥੀਟਾ ਇੱਕ ਬਟੇ cos ਥੀਟਾ ਜੋ cos ਨਾਲ cos ਕੈਂਸਲ ਇੱਕ ਆ ਗਿਆ ਭਾਵੇਂ h ਨਾਲ h ਕੈਂਸਲ ਕਰਤਾ b ਨਾਲ b ਕੈਂਸਲ ਕਰਤਾ ਇੱਕ ਆ ਗਿਆ। ਤਾਂ ਤਿੰਨ ਫਾਰਮੂਲੇ ਆਪਣੇ ਕੋਲ ਟ੍ਰਿਗੋਨੋਮੈਟਰੀ ਦੇ ਹੋਰ ਬਣ ਗਏ। ਇਸ ਤਰ੍ਹਾਂ ਹੀ ਆਪਣਾ ਅੱਗੇ ਚੱਲਦੇ ਹਾਂ ਹੁਣ ਨੈਕਸਟ ਕੀ ਆਪਣੇ ਕੋਲੇ ਉਹੀ ਡਾਇਗਰਾਮ ਆ ਇੱਕੋ ਡਾਇਗਰਾਮ ਯਾਦ ਰੱਖਣੀ ਆਪਾਂ tan ਥੀਟਾ cos ਥੀਟਾ tan ਦੇ ਸਾਹਮਣੇ ਆਪਣੇ ਕੋਲੇ ਕੀ ਦਿੱਤਾ ਹੈਗਾ cot ਥੀਟਾ sin ਦੇ ਸਾਹਮਣੇ ਆਪਣਾ sin ਦਾ ਉਲਟਾ ਕੋਸੇਕੰਡ ਥੀਟਾ cos ਦੇ ਸਾਹਮਣੇ cos ਦਾ ਉਲਟਾ ਕੀ ਹੈਗਾ ਸੇਕੰਡ। ਸਿੰਪਲ ਇੱਕੋ ਡਾਇਗਰਾਮ ਯਾਦ ਰੱਖਣੀ ਹੈ ਕੋਈ ਵਾਲੀ ਔਖੀ ਨਹੀਂ। ਹੁਣ ਕਹਿੰਦਾ ਜੇ ਆਪਾਂ ਸਾਈਡਾਂ ਵਾਲੇ 2 ਦੀ ਗੁਣਾ ਕਰਕੇ ਸੈਂਟਰ ਵਾਲਾ ਆਊਗਾ 6 ਫਾਰਮੂਲੇ ਫੇਰ ਬਣਨਗੇ ਆਪਣੇ ਐ ਮਿੰਟੋ ਮਿੰਟੀ ਬਣਨਗੇ। ਸਾਈਡਾਂ ਵਾਲੇ 2 ਦੀ ਗੁਣਾ ਕਰੋ ਉਹੀ ਇੱਕੋ ਹੀ ਡਾਇਗਰਾਮ ਹੈ। ਜੇ ਆਪਾਂ tan ਥੀਟੇ ਨੂੰ cos ਥੀਟੇ ਨਾਲ ਮਲਟੀਪਲਾਈ ਕਰਾਂਗੇ sin ਥੀਟਾ ਆਊਗਾ। sin ਨੂੰ ਕੋਟੇਂਜੈਂਟ ਮਲਟੀਪਲਾਈ ਕਰਾਂਗੇ ਕੋਟੇਂਜੈਂਟ ਨਾਲ cos ਥੀਟਾ ਆਊਗਾ। ਕੋਟੇਂਜੈਂਟ ਨੂੰ ਸੇਕੰਡ ਨਾਲ ਮਲਟੀਪਲਾਈ ਕਰਾਂਗੇ ਕੋਸੇਕੰਡ ਆਊਗਾ। ਕੋਸੇਕੰਡ ਨੂੰ tan ਨਾਲ ਮਲਟੀਪਲਾਈ ਕਰਾਂਗੇ ਸੇਕੰਡ ਆਊਗਾ। ਸੇਕੰਡ ਨੂੰ sin ਨਾਲ ਮਲਟੀਪਲਾਈ ਕਰਾਂਗੇ tan ਥੀਟਾ ਆਊਗਾ। ਇਹਨੂੰ ਆਪਾਂ ਪ੍ਰੂਵ ਕਰਕੇ ਦਿਖਾਵਾਂਗੇ ਸਾਈਡਾਂ ਵਾਲਿਆਂ ਨੂੰ ਜਦੋਂ ਮਲਟੀਪਲਾਈ ਕਰਾਂਗੇ ਤਾਂ ਸੈਂਟਰ ਵਾਲਾ ਆਊਗਾ। ਕਿੰਨੇ ਈਜ਼ੀ ਤਰੀਕਾ ਹੈਗਾ ਫਾਰਮੂਲੇ ਯਾਦ ਕਰਨ ਦਾ। ਟ੍ਰਿਗੋਨੋਮੈਟਰੀ ਦੇ ਫਾਰਮੂਲੇ ਦਾ ਬਹੁਤ ਡਰੀ ਜਾਂਦੇ ਵੀ ਬਾਹਲੀ ਵੱਡੀ ਗੱਲ ਹੈ ਇਹ ਤਾਂ ਕੁਝ ਵੀ ਨਹੀਂ ਗੱਲ। tan ਸਭ ਤੋਂ ਪਹਿਲਾ ਫਾਰਮੂਲਾ tan ਥੀਟੇ ਤੇ ਆ ਜਾਓ tan ਥੀਟਾ ਮਲਟੀਪਲਾਈ ਬਾਈ cos ਥੀਟਾ ਬਰਾਬਰ ਹੈ sin ਥੀਟੇ ਦੇ। sin ਥੀਟਾ tan ਥੀਟਾ ਮਲਟੀਪਲਾਈ ਬਾਈ cos ਥੀਟਾ ਬਰਾਬਰ sin ਥੀਟਾ ਭਾਵ ਲੰਬ ਬਟੇ ਕਰਨ ਆਉਣਾ ਚਾਹੀਦਾ ਇਹਨਾਂ ਦੇ ਮਲਟੀਪਲਾਈ ਲੰਬ ਬਟੇ ਕਰਨ ਪਰਪੈਂਡੀਕੂਲਰ ਬਟੇ ਹਾਈਪੋਟੈਨਸ। tan ਥੀਟਾ ਕਾਹਦੇ ਬਰਾਬਰ ਹੁੰਦਾ ਹੈਗਾ ਲੰਬ ਬਟੇ ਆਧਾਰ ਦੇ p ਬਟੇ b ਭਰਤਾ ਆਪਾਂ। cos ਥੀਟਾ ਕਾਹਦੇ ਬਰਾਬਰ ਹੁੰਦਾ ਹੈਗਾ ਆਧਾਰ ਬਟੇ ਕਰਨ b ਬਟੇ h ਭਰਤਾ ਆਪਾਂ। ਤਾਂ ਕੀ ਹੋ ਗਿਆ b ਨਾਲ b ਆਪਣਾ ਕੈਂਸਲ ਹੋ ਗਿਆ p ਬਟੇ h ਹੈਗਾ ਲੰਬ ਬਟੇ ਕਰਨਾ ਹੈਗਾ। ਲੈਫਟ ਹੈਂਡ ਸਾਈਡ ਇਕੁਅਲ ਟੂ ਰਾਈਟ ਹੈਂਡ ਸਾਈਡ ਭਾਵ ਖੱਬਾ ਪਾਸਾ ਬਰਾਬਰ ਹੈ ਸੱਜੇ ਪਾਸੇ ਦੇ ਆਪਾਂ ਸਿੱਧ ਕਰਤਾ। ਨੈਕਸਟ ਅਗਲਾ ਲੈ ਲਓ ਅਗਲੀ ਗੁਣਾ sin ਥੀਟਾ ਮਲਟੀਪਲਾਈ ਬਾਈ ਕੋਟੇਂਜੈਂਟ ਥੀਟਾ ਦੇ ਵਿਚਾਲੇ ਕੇ ਸੈਂਟਰ ਤੇ cos ਥੀਟਾ ਆਊਗਾ। sin ਥੀਟਾ ਮਲਟੀਪਲਾਈ ਬਰਾਬਰ ਕਾਹਦੇ ਆਊਗਾ cos ਥੀਟਾ ਦੇ। sin ਥੀਟਾ ਕਾਹਦੇ ਬਰਾਬਰ ਹੁੰਦਾ ਹੈਗਾ ਲੰਬ ਬਟੇ ਕਰਨ ਪਰਪੈਂਡੀਕੂਲਰ ਬਟੇ ਹਾਈਪੋਟੈਨਸ। ਪਰਪੈਂਡੀਕੂਲਰ ਲੰਬ ਹੁੰਦਾ ਹਾਈਪੋਟੈਨਸ ਕਰਨ ਲੰਬ ਬਟੇ ਕਰਨ ਦੇ। ਇਹਨਾਂ ਤਾਂ ਹੁਣ ਆਪਣੇ ਯਾਦ ਹੋ ਗਿਆ ਹੋਊਗਾ। cot ਥੀਟਾ ਕਾਹਦੇ ਬਰਾਬਰ ਹੈਗਾ ਬੇਸ ਬਟੇ ਪਰਪੈਂਡੀਕੂਲਰ ਦੇ ਆਧਾਰ ਬਟੇ ਕਰਨ ਦੇ p ਨਾਲ p ਕੈਂਸਲ ਤਾਂ ਕੀ ਹੈਗਾ ਆਪਣੇ ਕੋਲੇ b ਬਟੇ h ਬੇਸ ਬਟੇ ਹਾਈਪੋਟੈਨਸ। ਤਾਂ cos ਥੀਟਾ ਆਪਾਂ ਪਹਿਲੇ 6 ਫਾਰਮੂਲੇ ਚ ਕਰ ਹੀ ਲਿਆ ਆਧਾਰ ਬਟੇ ਕਰਨਾ ਹੁੰਦਾ ਹੈਗਾ। ਪ੍ਰੂਵ ਹੋ ਗਿਆ ਨਾ। ਆਪ ਦੋਨੇ ਆਸੇ ਪਾਸਿਆਂ ਦੇ ਮਲਟੀਪਲਾਈ ਸੈਂਟਰ ਦੇ ਸੈਂਟਰ ਬਰਾਬਰ ਕਿਹੜਾ ਆਪਣਾ ਸੈਂਟਰ ਵਾਲਾ ਆ ਗਿਆ। ਨੈਕਸਟ ਤੀਜਾ ਅਗਲਾ ਕੀ ਹੈਗਾ cos ਥੀਟਾ ਮਲਟੀਪਲਾਈ ਬਾਈ ਕੋਸੇਕੰਡ ਥੀਟਾ ਬਰਾਬਰ ਹੁੰਦਾ ਹੈਗਾ ਕੋਟੇਂਜੈਂਟ। ਕੋਟੇਂਜੈਂਟ ਕਾਹਦਾ ਉਲਟਾ ਹੁੰਦਾ ਹੈਗਾ tan ਦਾ। tan ਲੰਬ ਬਟੇ ਆਧਾਰ ਦੇ ਹੁੰਦਾ ਕੋਟੇਂਜੈਂਟ ਕਾਹਦੇ ਬਰਾਬਰ ਹੋਣਾ ਚਾਹੀਦਾ ਹੈਗਾ ਆਧਾਰ ਬਟੇ ਲੰਬ। cos ਨੂੰ ਮਲਟੀਪਲਾਈ ਕੋਸੇਕੰਡ ਨਾਲ ਕਰਕੇ ਆਧਾਰ ਬਟੇ ਲੰਬ ਹੋਣਾ ਚਾਹੀਦਾ ਹੈ। ਕਰਨ ਦੇ ਆਧਾਰ ਬਟੇ ਕਰਨ ਦੇ ਬੇਸ ਬਟੇ ਹਾਈਪੋਟੈਨਸ ਹੁੰਦਾ ਹੈਗਾ। ਕੋਸੇਕੰਡ sin ਦਾ ਉਲਟਾ ਹੁੰਦਾ sin p ਬਟੇ h ਹੁੰਦਾ ਹੈ ਇਹ h ਬਟੇ p ਆ ਗਿਆ ਆਪਣਾ h ਨਾਲ h ਕੈਂਸਲ ਤੇ ਕੀ ਆ ਗਿਆ ਆਪਣੇ b ਬਟੇ p ਆ ਗਿਆ b ਬਟੇ p ਕੀ ਹੈਗਾ ਆਪਣੇ ਕੋਲੇ ਬੇਸ ਬਟੇ ਪਰਪੈਂਡੀਕੂਲਰ ਕੀ ਬਣ ਗਿਆ ਆਪਣਾ ਆਧਾਰ ਬਟੇ ਲੰਬ ਬਣ ਗਿਆ। ਠੀਕ ਹੈ ਲੈਫਟ ਹੈਂਡ ਸਾਈਡ ਇਕੁਅਲ ਟੂ ਰਾਈਟ ਹੈਂਡ ਸਾਈਡ ਦੇ। ਹੁਣ ਅਗਲੇ ਦੋਵਾਂ ਦੀ ਮਲਟੀਪਲਾਈ ਕਰਾਂਗੇ ਸਾਈਡਾਂ ਦੀ ਆਪਾਂ ਕੀ ਆ ਮਲਟੀਪਲਾਈ ਕਿਤੋਂ ਮਰਜ਼ੀ ਚੱਕ ਲਓ ਸੈਂਟਰ ਵਾਲਾ ਫਾਰਮੂਲੇ ਪ੍ਰੂਵ ਹੋਣੇ cot ਮਲਟੀਪਲਾਈ ਸੇਕੰਡ ਦੇ। ਜਦੋਂ ਆਪਾਂ ਗਾਂ ਕੇ ਸਵਾਲ ਫਾਰਮੂਲੇ ਯੂਜ਼ ਕਰਕੇ ਕੜਕ cot ਮਲਟੀਪਲਾਈ ਬਾਈ ਸੇਕੰਡ ਦੇ ਬਰਾਬਰ ਹੁੰਦਾ ਹੈ ਕੋਸੇਕੰਡ ਦੇ। cot ਕੀ ਹੈਗਾ ਬੇਸ ਬਟੇ ਪਰਪੈਂਡੀਕੂਲਰ। ਬੇਸ ਕੀ ਆਪਣਾ ਬੇਸ ਉਹਦਾ ਆਧਾਰ ਪਰਪੈਂਡੀਕੂਲਰ ਲੰਬ tan ਦਾ ਉਲਟਾ b ਬਟੇ p ਹੋਗਾ p ਬਟੇ b ਸੀ। ਸੇਕੰਡ ਹੁੰਦਾ ਹੈਗਾ cos ਦਾ ਉਲਟਾ cos b ਬਟੇ h ਬਟੇ b ਹੋਗਾ b ਨਾਲ b ਕੈਂਸਲ ਆਪਣੇ ਕੋਲੇ ਕੀ ਆ ਗਿਆ h ਬਟੇ p ਆ ਗਿਆ ਕਰਨ ਬਟੇ ਲੰਬ ਆ ਗਿਆ।
ਕਰਨ H ਕੀ ਹੁੰਦਾ ਹੈਗਾ ਹਾਈਪੋਟੈਨਸ। ਹਾਈਪੋਟੈਨਸ ਮੀਨਸ ਕਰਨ, P ਮੀਨਸ ਪਰਪੈਂਡੀਕੂਲਰ ਲੰਬ, ਕਰਨ ਬਟੇ ਕੋਸੀਕਟ ਥੀਟਾ। ਖੱਬਾ ਪਾਸਾ ਬਰਾਬਰ ਸੱਜੇ ਪਾਸੇ ਆਪਾਂ ਪ੍ਰੂਵ। अगले गुणा कर लो, कोसेकंड मल्टीप्लाई है tan थीटा बराबर होगा सीकंड थीटा दे। कोसेकंड का बराबर है, कोसेकंड होता है sin का उल्टा, sin p बटे h, कोसेकंड h बटे p आ गया। tan थीटा अपन पता ही लंब बटे आधार दे, p बटे b परपेंडिकुलर बटे बेस दे, p नाल p कैंसल, अपने को h बटे b आ गया। h बटे b की होता है हाइपोटेनस बटे बेस, कर्ण बटे आधार। सीकंड थीटा का उल्टा होता cos का, cos का बटे कर्ण, ये अपन कर्ण बटे आधार आ गया। लेफ्ट हैंड साइड इज इक्वल टू राइट हैंड साइड, ये फार्मूला पेपर प्रूव कर। ਹੁਣ ਆਪਾਂ ਲਾਸਟ ਫਾਰਮੂਲਾ 6 ਫਾਰਮੂਲੇ ਆਪਣੇ ਹੋਰ ਬਣ ਜਾਣਗੇ। ਲਾਸਟ ਫਾਰਮੂਲਾ ਹੈਗਾ ਆਪਣੇ ਕੋਲੇ ਸੀਕੰਡ ਥੀਟਾ ਮਲਟੀਪਲਾਈ ਬਾਈ sin ਥੀਟਾ ਬਰਾਬਰ ਹੈ tan ਥੀਟਾ। ਸੀਕੰਡ ਥੀਟਾ ਮਲਟੀਪਲਾਈ ਬਾਈ, ਤੁਸੀਂ ਆਪ ਵੀ ਕਰ ਸਕਦੇ ਹੋ, ਕਰ ਲਈਏ ਸਾਰੇ। ਸੀਕੰਡ ਕਾਹਦੇ ਬਰਾਬਰ ਹੁੰਦਾ ਹੈਗਾ cos ਦਾ ਉਲਟਾ, cos b ਬਟੇ h ਬਰਾਬਰ ਹੋਣਾ ਹੈਗਾ h ਬਟੇ b ਦੇ। sin ਥੀਟਾ ਨੂੰ ਪਤਾ ਹੀ ਹੈਗਾ p ਬਟੇ h ਪਰਪੈਂਡੀਕੂਲਰ ਬਟੇ ਹਾਈਪੋਟੈਨਸ, ਦੋਨੇ ਭਰਤੀਆਂ ਦੋਨੇ ਜਦੋਂ ਆਪਾਂ ਰਕਮਾਂ h ਨਾਲ h ਕੈਂਸਲ, p ਬਟੇ b ਆ ਗਿਆ परपेंडिकुलर बटे बटे आधार दे। ठीक है, लैफ्ट हैंड साइड इज इक्वल टू राइट हैंड साइड। इस तरह अपने 6 फार्मूले होर बन गए, वही पढ़ाया करा। 39 फार्मूले बनाने हैं, बहुत सौखा चैप्टर है, इंटरेस्ट नाल बैठे रहो। अगला की है अपना ਕੰਪਲੀਮੈਂਟਰੀ ਆਪਾਂ ਨਾਮ ਸਮਝਦੇ ਹੈਗੇ, ਜੋ ਦੋ ਐਂਗਲਾਂ ਦਾ ਜੋੜ ਕਰ, ਉਹ ਐਂਗਲਾਂ ਦਾ ਸਾਹਮਣੇ 90 ਡਿਗਰੀ 60 ਡਿਗਰੀ। ਸਾਈਨ ਦੇ ਸਾਹਮਣੇ ਜਿਹੜਾ ਦਿੱਤਾ ਆਪਣੇ ਐਂਗਲ ਸਾਹਮਣੇ ਲਿਖਿਆ ਆਪਾਂ tan ਦੇ ਸਾਹਮਣੇ ਲਿਖਿਆ ਉਹ ਸੀਕੰਡ ਦੇ ਸਾਹਮਣੇ ਕੋਸੀਕੰਡ। ਕੱਲਾ ਆਪਾਂ ਖੱਬੇ ਪਾਸੇ ਵਾਲਾ tan ਥੀਟਾ ਯਾਦ ਰੱਖਣਾ ਹੈਗਾ, बाकी आप कुछ नहीं। वो tan थीटा sin बटे cos ਦਾ sin थीटा ਤੇ cos ਦੇ ਨਾਲ ਲਿਖ ਦਿਓ। ਸਾਹਮਣੇ ਆਪਾਂ ਕੀ ਉਹਦੇ opposite ਜਿਹੜੀ ਚੀਜ਼ ਹੁੰਦੀ ਉਹ ਲਿਖਦੇ, tan ਦੇ ਸਾਹਮਣੇ ਕੋਟੇਂਜਰ ਲਿਖਤਾ, sin ਦੇ ਸਾਹਮਣੇ ਕੋਸੀਕੰਡ ਲਿਖਤਾ, cos ਦੇ ਸਾਹਮਣੇ sin ਲਿਖਤਾ। ਆਪਣੇ ਕੋਲ sin ਸਾਹਮਣੇ cos ਥੀਟਾ, sin ਦੇ ਸਾਹਮਣੇ ਆਪਾਂ ਨੂੰ ਕੋਟੇਂਜਰ ਦਿੱਤਾ ਹੈ, secant ਥੀਟਾ ਆਪਣੇ ਕੋਲ cos ਥੀਟਾ ਦਾ ਮੁੱਲ ਆਪਣੇ ਕੋਲ ਦਿੱਤਾ ਹੋਵੇ ਤਾਂ ਆਪਾਂ ਡਾਇਗਰਾਮ ਐਰੋ ਬਣਾ ਮਾਰ ਲਏ, ਕਲੌਕਵਾਈਜ਼ ਮਾਰ ਲਏ, बराबर होगा बराबर हो जाएगा cos 90 टाउ थीटा। अपने बराबर बन गया sin 40 डिग्री। भार दोनों एंगलों का जोड़ कितना बन गया अपने को 90 डिग्री। कंप्लीमेंट्री एंगल किहड़े एंगल जोड़ 90 डिग्री होता है, कंप्लीमेंट्री एंगल। tan 90 घटाओ थीटा दे, कोसेकंड थीटा का बराबर हो जाएगा सेकंड 90 घटाओ थीटा दे। 6 फार्मूले अपने ये होर बन गए, बहुत सौखे फार्मूले है। 6 अपने को दोबारा आ गया, एक पेज स्लिप हो गया मुझको लगा नहीं PDF ਦੇ ਵਿੱਚ। ट्रिगोनोमेट्री का टेबल है, ਆਪਾਂ ਕਹਿੰਦੇ ਹੈਗੇ sin डिग्री ਦੀ ਵੈਲਿਊ ਕਿੰਨੀ ਹੁੰਦੀ ਹੈਗੀ, sin 30 डिग्री ਦੀ ਵੈਲਿਊ ਕਿੰਨੀ ਹੁੰਦੀ ਹੈਗੀ, sin 45 डिग्री ਦੀ ਵੈਲਿਊ ਕਿੰਨੀ ਹੁੰਦੀ ਹੈ। ਆਪਾਂ ਯਾਦ ਕਰਦੇ ਬਹੁਤ ਔਖੇ ਹੁੰਦੇ ਹੈਗੇ। sin 45 1/√2 ਹੁੰਦਾ ਹੈਗਾ, cos 45 ਵੀ 1/√2 ਹੁੰਦਾ ਹੈਗਾ, tan 45 1 ਦੇ ਬਰਾਬਰ ਹੁੰਦਾ ਹੈ, tan 45 1 ਦੇ ਬਰਾਬਰ ਹੁੰਦਾ ਹੈਗਾ। tan 30 डिग्री ਦਾ ਮੁੱਲ ਕਿੰਨਾ ਆਪਾਂ ਨੂੰ ਕੁਐਸਚਨਾਂ ਦੇ ਵਿੱਚ ਆਉਂਦਾ ਹੈ 1/√3 ਹੁੰਦਾ ਹੈਗਾ, tan 60 √3 ਹੁੰਦਾ ਹੈਗਾ, tan 90 ਇਨਫਿਨਿਟੀ ਹੁੰਦਾ ਹੈਗਾ। ਇਹ ਇੱਕ ਸਕਿੰਟਾਂ ਦੇ ਵਿੱਚ ਆਪਾਂ ਜਿਹੜਾ ਟੇਬਲ ਹੈਗਾ ਟ੍ਰਿਗੋਨੋਮੈਟਰੀ ਦਾ, ਮਿੰਟਾਂ ਸਕਿੰਟਾਂ ਦੇ ਵਿੱਚ ਬਹੁਤ ਸੌਖਾ ਹੈ ਟ੍ਰਿਗੋਨੋਮੈਟਰੀ ਦਾ ਜਿਹੜਾ ਟੇਬਲ ਆਪਾਂ ਬਣਾਉਣਾ ਹੈਗਾ। ਆਪਾਂ ਜਾਣਦੇ ਹਾਂ ਕਿ ਜਿਹੜਾ ਟ੍ਰਿਗੋਨੋਮੈਟਰੀ ਜਿਹੜੀ ਰਾਈਟ ਐਂਗਲ ਟ੍ਰਾਇੰਗਲ ਦੇ ਆਲੇ ਦੁਆਲੇ ਘੁੰਮਦੀ ਹੈ,
ਰਾਈਟ ਐਂਗਲ ਟ੍ਰਾਇੰਗਲ ਦੇ ਆਸ-ਪਾਸ ਘੁੰਮਦੀ ਹੈਗੀ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਰਾਈਟ ਐਂਗਲ ਟ੍ਰਾਇੰਗਲ ਦਾ ਰਾਈਟ ਐਂਗਲ ਟ੍ਰਾਇੰਗਲ ਤੋਂ ਭਾਵ ਹੈ ਐਂਗਲ 90 ਡਿਗਰੀ ਦਾ, ਠੀਕ ਹੈ, 90 ਡਿਗਰੀ ਦਾ ਬਣਾਉਣਾ। ਪੁਆਇੰਟ ਆਪਾਂ ਦਿੱਤੇ ABC ਫਾਰਮੂਲਾ 'ਚ ਵੀ ਦਿੱਤੇ ਸੀਗੇ। ਮੰਨ ਲਓ ਐਂਗਲ A ਹੈ ਆਪਣੇ ਕੋਲ 45 ਡਿਗਰੀ, ਐਂਗਲ A 45 ਡਿਗਰੀ ਹੈ, ਐਂਗਲ B ਆਪਾਂ 90 ਡਿਗਰੀ ਦਾ ਬਣਾਇਆ, ਇੱਕ ਐਂਗਲ 90 ਡਿਗਰੀ ਦਾ, ਤੇ ਐਂਗਲ A ਆਪਾਂ 'ਚ ਬੰਨਿਆ ਹੈਗਾ। ਜੇ ਐਂਗਲ A 45 ਡਿਗਰੀ ਹੋਊਗਾ ਤਾਂ ਐਂਗਲ C ਹੈ ਜਿਹੜਾ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਉਹ ਆਲਰੇਡੀ 45 ਡਿਗਰੀ ਦਾ ਹੋਊਗਾ। ਕਿਉਂ ਹੋਊਗਾ? ਕਿਉਂਕਿ ਟ੍ਰਾਇੰਗਲ ਦੇ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ, 180 ਡਿਗਰੀ ਹੁੰਦਾ, ਕਿਉਂਕਿ ਟ੍ਰਾਇੰਗਲ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ। ਕੋਣ B ਆਪਣੇ ਕੋਲ 90 ਡਿਗਰੀ ਹੈਗਾ ਹੀ ਦਿੱਤਾ ਹੀ ਆਪਣੇ ਕੋਲ, ਰਾਈਟ ਐਂਗਲ ਟ੍ਰਾਇੰਗਲ ਤਾਂ 90 ਡਿਗਰੀ ਆਲਰੇਡੀ ਹੈ। ਕੋਈ ਮਰਜ਼ੀ ਆਪਾਂ ਨੇਮ ਦੇ ਸਕਦੇ ਇਹਨੂੰ XYZ ਕੁਝ ਵੀ ਦੇ ਦਿਓ, ਪਰ ਜਿਹੜਾ ਫਾਰਮੂਲਾ ਸਹੀ ਹੋਣਾ ਚਾਹੀਦਾ। ਕੋਣ C ਕਾਹਦੇ ਬਰਾਬਰ ਹੈਗਾ? 180 ਮਾਈਨਸ ਜੋੜ ਕਰਤਾ ਪਲੱਸ ਐਂਗਲ B ਪਲੱਸ ਐਂਗਲ A, 180 ਮਾਈਨਸ 90 ਪਲੱਸ 45, 180 ਮਾਈਨਸ 135, ਤਾਂ ਐਂਗਲ C ਆਪਣੇ ਕੋਲੇ ਆਲਰੇਡੀ ਕਿੰਨਾ ਆ ਗਿਆ? 45 ਡਿਗਰੀ, 45 ਡਿਗਰੀ ਦਾ ਆ ਗਿਆ। ਹੁਣ ਆਪਾਂ ਐਂਗਲ A ਤੇ ਖੜੇ ਹੈਗੇ, ਐਂਗਲ A ਤੇ ਖੜੇ ਹੈਗੇ। ਹੁਣ ਆਪਾਂ 45 ਡਿਗਰੀ ਦੇ ਸਾਰੇ ਐਂਗਲਾਂ ਦੀ ਵੈਲਿਊ ਕੱਢਾਂਗੇ। 45 ਡਿਗਰੀ ਦੇ ਟੇਬਲ ਜਿਹੜਾ ਆਪਣੇ ਕੋਲ ਟੇਬਲ ਹੈ ਨਾ, ਅੱਗੇ ਆਪਾਂ ਟੇਬਲ ਬਣਾਇਆ ਹੋਇਆ, ਮੈਂ ਤੁਹਾਨੂੰ ਦਿਖਾ ਦੇਣਾ ਮਾੜਾ ਜਿਹਾ। ਆਹ ਟੇਬਲ ਹੈ ਟ੍ਰਿਗੋਨੋਮੈਟਰੀ ਟੇਬਲ, ਮਿੰਟਾਂ ਸਕਿੰਟਾਂ ਦੇ ਵਿੱਚ ਤੁਹਾਨੂੰ ਦੱਸੂਗਾ ਵੀ ਇਹ 45 sin 45 ਦੀ 1/√2 ਕਿਵੇਂ ਆ ਗਿਆ, cos 45 1/√2 ਕਿਵੇਂ ਆਇਆ, tan 45 1 ਦੇ ਕਿਵੇਂ ਆ ਗਿਆ, cotangent 45 1 ਦੇ ਕਿਵੇਂ ਆ ਗਿਆ, secant 45 √2 ਕਿਵੇਂ ਆ ਗਿਆ, ਤੇ cosecant 45 √2 ਕਿਵੇਂ ਆ ਗਿਆ। ਐਂਗਲ ਹੁਣ ਜਦੋਂ ਆਪਣੇ ਕੋਲ 45 ਡਿਗਰੀ ਆ ਗਿਆ, ਐਂਗਲ ਇਹ 45 ਡਿਗਰੀ, ਆਮੋ ਸਾਹਮਣੇ ਦੇ ਕੋਣ ਬਰਾਬਰ, ਆਮੋ ਸਾਹਮਣੇ ਦੇ ਕੋਣ ਬਰਾਬਰ ਹੋਣਗੇ ਤਾਂ ਸਾਈਡਾਂ ਵੀ ਬਰਾਬਰ ਹੋਣਗੇ, ਸਾਈਡਾਂ ਕੀ ਹੈ? ਬਰਾਬਰ ਹੋਣਗੇ। ਤਾਂ ਇੱਕ ਟ੍ਰਾਇੰਗਲ ਬਣ ਗਿਆ ਸਾਹਮਣੇ ਟ੍ਰਾਇੰਗਲ ਆ ਗਿਆ। ਜਦੋਂ ਦੋ ਟ੍ਰਾਇੰਗਲ ਬਰਾਬਰ ਆ ਗਏ ਆਮੋ ਸਾਹਮਣੇ ਦੇ, ਤਾਂ ਦੋਵੇਂ ਭੁਜਾਵਾਂ ਬਰਾਬਰ ਹੋ ਗਈਆਂ, ਤਾਂ A ਦੀ ਭੁਜਾ ਵੀ ਬਰਾਬਰ ਹੋਊ ਤੇ BC A ਵੀ ਤੇ BC ਕੀ ਬਰਾਬਰ ਹੋ ਗਈ। ਇਹਨੂੰ ਸਮਦੋ ਬਾਹੂ ਤ੍ਰਿਭੁਜ ਬਣ ਗਈ ਆਪਣੀ, ਸਮਦੋ ਬਾਹੂ ਤ੍ਰਿਭੁਜ। ਆਈਸੋਸੈਲ ਟ੍ਰਾਇੰਗਲ ਕਿਹੜੇ ਹੋਏ ਜਿਹਦੀਆਂ ਦੋ ਭੁਜਾਵਾਂ ਬਰਾਬਰ। ਇੱਥੇ ਆਪਾਂ ਥੋੜੀ ਜਿਹੀ ਖਿਚਲਾ ਕਰਨੀ ਹੈਗੀ। ਹੁਣ ਇੱਥੇ ਆਪਾਂ ਪਾਇਥਾਗੋਰਸ ਥਿਓਰਮ ਲਾਵਾਂਗੇ। ਆਪਾਂ ਇੱਕ ਭੁਜਾ ਮੰਨਣੀ ਹੈਗੀ A ਦੀ, ਜਿਹੜੀ ਭੁਜਾ ਵੀ X ਹੈ। ਜੇ A ਦੀ ਭੁਜਾ ਤੋਂ ਬਾਅਦ ਆਪਾਂ ਕਿਤੇ ਕੁਛ ਨਹੀਂ ਮਿਲਣਾ, ਸਾਰਾ ਇਹ ਡਰਾ ਕਰ ਦੇਗੇ, ਤਾਂ ਆਲਰੇਡੀ BC ਭੁਜਾ ਵੀ X ਹੋਊਗੀ। ਸਪੋਜ਼ ਕਰ ਲਿਆ ਆਪਾਂ A ਵੀ X ਹੈ ਤਾਂ BC ਵੀ X ਹੋਊ, ਕਿਉਂਕਿ ਦੋਵੇਂ ਭੁਜਾਵਾਂ ਬਰਾਬਰ ਹੈ। ਇਹ ਜਿਹੜਾ ਟ੍ਰਾਇੰਗਲ ਬਣੀ ਆਪਣੀ ਆਈਸੋਸੈਲ ਟ੍ਰਾਇੰਗਲ ਬਣੀ ਹੈ, ਸਮਬਾਹੂ ਤ੍ਰਿਭੁਜ ਬਣੀ ਸਮਦੋ ਬਾਹੂ, ਤਾਂ ਕਿ ਪਾਇਥਾਗੋਰਸ ਥਿਓਰਮ ਆਪਾਂ 6ਵੀਂ ਕਲਾਸ ਤੋਂ ਪੜ੍ਹਦੇ ਹਾਂ। ਬਰਾਬਰ ਹੁੰਦੇ ਕਰਨ ਦਾ ਹੀ ਦੋ ਬਰਾਬਰ ਬੇਸ ਦੀ 2 ਦੇ, ਤਾਂ ਪਰਪੈਂਡੀਕੂਲਰ ਆਪਾਂ ਪਰਪੈਂਡੀਕੂਲਰ ਕੀ ਆਪਣੇ ਕੋਲੇ? ਬੇਸ ਆਪਣੇ ਕੋਲੇ X ਹੈ, ਤਾਂ ਪਰਪੈਂਡੀਕੂਲਰ ਕੀ ਬਣ ਗਿਆ ਆਪਣੇ ਕੋਲੇ? ਉਹ ਵੀ ਆਪਣੇ ਕੋਲੇ X ਬਣ ਗਿਆ, ਕਿਉਂਕਿ ਦੋਨੋਂ ਭੁਜਾਵਾਂ ਬਰਾਬਰ ਹੈ। ਤਾਂ H ਦੀ 2 ਬਰਾਬਰ ਆ ਗਿਆ XC2 ਪਲੱਸ XC2 ਦੇ, ਤਾਂ H ਦੀ 2 ਬਰਾਬਰ ਕਰ ਜਾਏਗਾ 2XC2 ਦੇ। H ਬਰਾਬਰ ਕਰ ਜਾਏਗਾ ਸਕੁਆਇਰ ਬਾਰਡਰ ਪਾਰ ਜਾ ਕੇ ਰੂਟ ਬਣ ਜਾਏਗਾ, ਭਾਵ ਕੀ ਹੈ ਸਕੁਆਇਰ ਬਾਰਡਰ ਪਾਰ ਜਾ ਕੇ ਵਰਗਮੂਲ ਬਣ ਗਿਆ। H ਬਰਾਬਰ ਕਰ ਜਾਏਗਾ ਵਰਗਮੂਲ 2x ਦੀ 2, ਤਾਂ H ਬਰਾਬਰ ਫਿਰ ਬੋਲਣਾ ਇੱਕ ਮਿੰਟ ਯਾਰ, ਉਹ ਇੱਕ ਮਿੰਟ ਯਾਰ ਚੁੱਪ ਕਰ ਦਿਓ। H ਬਰਾਬਰ ਕਾਹਦੇ ਆ ਗਿਆ? X ਸਕੁਆਇਰ ਸੀਗਾ, ਸਕੁਆਇਰ ਨਾਲ ਕੀ ਵਰਗਮੂਲ ਕੈਂਸਲ ਹੋ ਗਿਆ, ਵਰਗਮੂਲ ਕੈਂਸਲ ਹੋ ਗਿਆ। H ਬਰਾਬਰ ਆ ਗਿਆ X ਬਾਹਰ ਆ ਗਿਆ, ਵਰਗਮੂਲ 2 ਆ ਗਿਆ। ਤਾਂ P ਆਪਾਂ ਨੂੰ ਆਪਾਂ X ਹੈਗਾ ਕਿਉਂਕਿ ਆਧਾਰ ਆਪਾਂ ਮੰਨਿਆ ਸੀ X। ਪਰਪੈਂਡੀਕੂਲਰ ਲੰਬ ਕੀ ਹੋ ਗਿਆ ਆਪਣੇ ਕੋਲੇ? X ਹੋ ਗਿਆ। ਆਧਾਰ ਕੀ ਹੋ ਗਿਆ ਆਪਣੇ ਕੋਲੇ? X ਹੋ ਗਿਆ। ਹਾਈਪੋਟੈਨਸ ਕਰਨਾ ਪਕੜਨਾ, ਪਾਇਥਾਗੋਰਸ ਦੀ ਥਿਓਰਮ ਲਾ ਕੇ ਹਾਈਪੋਟੈਨਸ ਕਰ ਲਿਆ, ਤਾਂ sin 45 ਡਿਗਰੀ ਕਾਹਦੇ ਬਰਾਬਰ ਹੁੰਦਾ ਹੈਗਾ? sin 45 ਡਿਗਰੀ ਹੁੰਦਾ P/H ਦੇ। P ਆਪਣੇ ਕੋਲੇ ਕਿੰਨਾ ਹੈਗਾ? X ਹੈ, ਆਪਾਂ ਕੱਢ ਲਿਆ X√2, X ਨਾਲ X ਕੈਂਸਲ, ਤਾਂ ਆਪਣੇ ਕੋਲ ਪਹਿਲੀ ਵੈਲਿਊ ਕਿੰਨੀ ਆ ਗਈ? 1/√2। sin 45 ਡਿਗਰੀ ਦਾ ਟੇਬਲ ਆਪਾਂ ਬਣਾਵਾਂਗੇ। ਟੇਬਲ ਦੇ ਵਿੱਚ ਵੈਲਿਊ ਆਈਆਂ ਕਿੱਥੋਂ? ਆਪਣਾ ਕੁਐਸਚਨ ਇਹੀ ਦਿਮਾਗ 'ਚ ਪਾਇਆ ਵੀ ਵੈਲਿਊ ਤਾਂ ਬਣਾ ਦੇਣੇ, ਟੇਬਲ ਤਾਂ ਆਪਾਂ ਰੱਟਾ ਲਾਇਆ, ਅਸੀਂ ਆਪ ਰੱਟਾ ਲਾਉਂਦੇ ਰਹੇ 10ਵੀਂ ਤੱਕ, ਕਿ ਟੇਬਲ ਨੂੰ ਰੱਟਾ ਤਾਂ ਲੱਗ ਗਿਆ ਵੀ ਆਈਆਂ ਕਿੱਥੋਂ ਵੈਲਿਊ, ਕਿਵੇਂ ਕਿੱਥੋਂ ਪ੍ਰੋਡਿਊਸ ਹੋ ਗਏ। ਅੱਗੇ ਨੈਕਸਟ ਇਸੇ A ਪੁਆਇੰਟ ਤੇ ਖੜੇ ਆਪਾਂ, cos 45, cos 45 ਕਾਹਦੇ ਬਰਾਬਰ ਹੁੰਦਾ ਹੈਗਾ? B/H ਦੇ, ਬੇਸ ਬਟੇ ਹਾਈਪੋਟੈਨਸ। ਬੇਸ ਕੀ ਆਪਣੇ ਕੋਲ? X ਹੈ, ਹਾਈਪੋਟੈਨਸ ਆਪਾਂ X√2 ਕੱਢੇਗਾ, X ਨਾਲ X ਕੈਂਸਲ, 1 ਕੀ ਆ ਗਿਆ ਆਪਣੇ ਕੋਲੇ? √2। sin 45 ਵੀ 1/√2, cos 45 ਵੀ 1/√2, tan 45, tan 45 ਕਾਹਦੇ ਬਰਾਬਰ ਹੈਗਾ? ਲੰਬ ਬਟੇ ਆਧਾਰ। ਲੰਬ ਕੀ ਹੈਗਾ? P ਪਰਪੈਂਡੀਕੂਲਰ, ਆਧਾਰ ਕੀ ਹੈਗਾ? ਬੇਸ, B ਫਾਰ ਬੇਸ। ਤਾਂ X
sin 45 cos ਤੇ tan ਉਦੋਂ ਬਾਅਦ ਮੈਂ ਤੈਨੂੰ ਮੈਂ ਚੁਟਕੀ ਜੀ ਬਣ ਜਾਣਗੇ ਉਲਟਾ ਹੀ ਇਹਨਾਂ ਦਾ ਆ ਦੇਖੋ ਅੱਗੇ ਨੈਕਸਟ ਪੇਜ ਤੇ ਆ ਜਾਓ ਤਾਂ ਕੀ ਹੈਗਾ sin 45 ਕੀ ਹੈਗਾ ਉਲਟਾ ਕੋਸੀਕਟ ਦਾ sin 45 ਸੌਰੀ sin 45 ਦਾ ਉਲਟਾ ਕਿਹੜਾ ਹੈਗਾ ਕੋਸੀਕਟ 45 sin 45 ਆਪਾਂ ਕਹਿੰਦੇ 1/√2 ਹੈ ਤਾਂ ਕੋਸੀਕਟ 45 ਕਿਉਂ ਜੋ √2 ਇੱਕ ਦੀ ਕੋਈ ਵੈਲਿਊ √, ਤਾਂ ਕਿ ਕੋਸੀਕਟ 45 ਆਪਣੇ ਕੋਲ √2 ਆ ਗਿਆ ਟੇਬਲ 'ਚ ਵੀ ਆਪਾਂ ਲਿਖਿਆ ਪਿਆ cos 45 ਕੀ ਹੈਗਾ cos 45 ਦਾ ਉਲਟਾ ਕੀ ਹੈਗਾ secant 45 ਇਸ ਤਰ੍ਹਾਂ ਆਪਾਂ secant 45 ਦੀ ਵੈਲਿਊ ਕੱਢ ਲਈ cos 45 ਕਾਹਦੇ ਵਾਸਤੇ 1/√2 ਹੈ secant 45 √2 ਆ ਗਿਆ tan ਦਾ ਉਲਟਾ ਸਾਰੀਆਂ ਵੈਲਿਊ ਆਪਾਂ ਹੁਣ ਕੋਲੇ ਅੱਗੇ ਸਮੱਸਿਆ ਆ ਗਈ 30 ਡਿਗਰੀ ਦੇ ਐਂਗਲ ਦੀ ਵੈਲਿਊ ਕਿੱਥੋਂ ਆ ਗਿਆ ਟੇਬਲ ਤਾਂ ਆਪਣੇ ਸਾਰੇ ਲਰਨੀ ਹੈ ਪਰ ਆਈਆਂ ਕਿੱਥੋਂ ਆਏ ਕਿੱਥੋਂ ਪ੍ਰੋਡਿਊਸ ਹੋਈਆਂ ਨੇ ਕਿਹਨੇ ਲਿਆ ਕੇ ਲਾਤੀਆਂ ਇਹ ਕਿੱਥੋਂ ਲੈਂਦੇ ਚਲੋ ਆਪਾਂ ਬਣਾਉਣੇ ਹੈਗੇ ਇੱਕ ਟ੍ਰਾਇੰਗਲ ਬਣਾ ਲਿਆ ਆਪਾਂ ਟ੍ਰਾਇੰਗਲ ਦੇ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਟ੍ਰਾਇੰਗਲ ਦੇ ਤਿੰਨ ਪੁਆਇੰਟ ਤੇ ਸੀ ਸੇਮ ਦੇ ਨੇ ਇਹ ਵੀ ਸਾਡੇ ਬੀ ਐਂਗਲ 60 ਡਿਗਰੀ ਹੈ ਤੇ ਸੀ ਐਂਗਲ 60 ਡਿਗਰੀ ਤਿੰਨ ਐਂਗਲ ਸੇਮ ਬਣਨਗੀਆਂ ਤਾਂ ਇਹ ਕੀ ਬਣ ਗਿਆ ਇਕੁਲੇਟਰ ਟ੍ਰਾਇੰਗਲ ਬਣ ਗਿਆ ਇਕੁਲੇਟਰ ਟ੍ਰਾਇੰਗਲ ਬਣ ਗਿਆ ਇਹਨੂੰ ਪੰਜਾਬੀ 'ਚ ਆਪਾਂ ਬਹੁਤ ਪੜ੍ਹਿਆ ਹੋਇਆ ਹੈਗਾ ਸਰਕਾਰੀ ਸਕੂਲਾਂ ਦੇ ਪੜ੍ਹਿਆ ਲਗਭਗ ਆਪਾਂ ਸਾਂਬਾਹੂ ਤ੍ਰਿਭੁਜ ਇਹਨੂੰ ਕਹਿੰਦੇ ਆਪਾਂ ਸਾਂਬਾਹੂ ਤ੍ਰਿਭੁਜ ਜਿਹੜੀਆਂ ਤਿੰਨੇ ਭੁਜਾਵਾਂ ਬਰਾਬਰ ਹੋਣ ਟ੍ਰਾਇੰਗਲ ਦੇ ਉੱਪਰ ਤੋਂ ਆਪਾਂ ਇੱਕ ਪਰਪੈਂਡੀਕੂਲਰ ਸਿੱਟਦਾ ਇਹਨੂੰ ਆਪਾਂ ਕਹਿੰਦੇ ਲੰਬ ਸਿੱਟਾ ਪਈ ਪੁਆਇੰਟ ਸੀ ਤੋਂ ਨਾ ਇੱਕ ਆਪਾਂ ਲੰਬ ਸਿੱਟਾ ਥੱਲੇ ਤਾਂ ਐਂਗਲ ਸੀ 60 ਡਿਗਰੀ ਹੈ ਉਹ ਡਿਵਾਈਡ ਹੋ ਗਿਆ 2 ਹਿੱਸੇ 'ਚ 30 ਡਿਗਰੀ 'ਚ ਹੋ ਗਿਆ 30 ਡਿਗਰੀ 'ਚ ਡਿਵਾਈਡ ਹੋ ਗਿਆ ਕਰਕੇ ਦਿਮਾਗ ਲੋਨ ਗੂਗਲ ਮੂਲਾ ਬਣਾਉਣਾ ਤਾਂ ਇੱਕ ਸਾਡੇ ਦੀ ਐਂਗਲ 2A ਮੰਨ ਲਈ ਤਿੰਨੇ ਸਾਡਾ 2A ਹੋਣਗੇ ਉੱਤੋਂ ਆਪਾਂ ਸੀ ਤੇ ਜੋ ਲੰਬ ਸਿੱਟਾ ਤਾਂ 2A ਵੀ ਵੱਡੇਗੀ ਇਹਦੇ ਨਾਲ ਦੋ ਫਰਕ ਹੋ ਗਏ ਪੰਜਾਬੀ ਚ ਫਰਕ ਹੋ ਗਏ ਇਹ ਇੱਕ ਪਾਸੇ ਤਾਂ ਇਹ ਕੀ ਬਣ ਗਈ A ਪਲੱਸ ਬਣਾ ਰਹੇਗਾ 30 ਡਿਗਰੀ ਦੇ ਹੁਣ ਆਪਾਂ 30 ਡਿਗਰੀ ਦੀ ਵੈਲਿਊ ਕੱਢਾਂਗੇ ਇਹ ਕਿੱਥੋਂ ਆਏਗਾ sin 30 ਡਿਗਰੀ ਕਿੱਥੋਂ ਆਇਆ cos 30 ਡਿਗਰੀ ਕਿੱਥੋਂ ਆਇਆ tan 30 ਡਿਗਰੀ ਦੀ ਵੈਲਿਊ ਕਿੱਥੋਂ ਆਈ ਹੈ ਕੋਟੇਂਜਨ 30 ਡਿਗਰੀ ਕਿੱਥੋਂ ਆਇਆ secant ਜਿਹੜਾ ਟੇਬਲ ਹੈ ਨਾ ਚੁਟਕੀ ਜਿਹੀ ਯਾਦ ਕਰਨਾ ਸਿਖਾ ਦੋ ਟੇਬਲ ਦਾ ਯਾਦ ਕਰਨਾ ਬਹੁਤ ਸੌਖਾ ਹੈ ਇੱਕ ਵੈਲਿਊ ਯਾਦ ਕਰਨੇ ਸਾਰੇ ਹੋ ਜਾਣਗੇ ਆਪਾਂ ਵੈਲਿਊ ਦਾ ਕਰਨਾ ਵੀ ਕਿੱਥੋਂ ਆਏ ਤਾਂ ਆਪਾਂ ਹੁਣ ਇੱਕ ਡਾਇਗਰਾਮ ਹੋਰ ਬਣਾਈ ਇਹਦਾ ਐਂਗਲ ਰਹਿ ਗਿਆ ਸੀ ਅੱਧੇ ਦੋ ਪਾਰਟਸ ਬਣ ਗਏ ਟ੍ਰਾਇੰਗਲ ਦੇ ਟ੍ਰਾਇੰਗਲ ਬੇੜੀ ਦਾ ਐਂਗਲ ਬਣਾ ਲਿਆ ਵਿੱਚੋਂ ਲੰਬ ਸਿੱਟ ਇਹਨੂੰ ਪੁਆਇੰਟ ਡੀ ਪੁਆਇੰਟ ਏ ਡੀ ਤੇ ਸੀ ਟ੍ਰਾਇੰਗਲ ਆਪਣੇ ਕੋਲੇ ਬਣ ਗਿਆ ਦੋ ਬਰਾਬਰ ਦੋ ਪਲੱਸ ਬੀ ਦੀ ਦੋ ਬੀ ਦੋ ਪਲੱਸ ਬੀ ਦੀ ਦੋ ਹੁਣ ਆਪਣੇ ਕੋਲੇ ਹਾਈਪੋਟੈਨਸ ਕਰਨ ਦਾ ਦਿੱਤਾ 2A ਆਪਾਂ ਮੰਨ ਲਿਆ ਸੀ ਸਾਰਾ ਪਜਾਮਾ 2A ਬਰਾਬਰ ਨੇ ਤਾਂ ਥੱਲੇ ਡਿਪੋਜ ਆਪਣੇ ਕੋਲੇ AB ਜਿਹੜੀ ਸੀ 2A ਸੀ ਤਾਂ ਉਹਦੇ ਦੋ ਪਾਰਟਸ ਹੋ ਗਏ ਤੋਂ ਲੰਬ ਸਿੱਟਦਾ ਤਾਂ A ਰਹਿ ਗਈ AD ਕਿੰਨਾ ਬਣ ਗਿਆ ਆਪਣੇ ਕੋਲ A ਦੋ ਪਜਾਮਾ ਆਪਣੇ ਕੋਲ ਹੋ ਗਏ ਇੱਕ ਹੋ ਗਿਆ ਇੱਕ ਆਪਣੇ ਕੋਲ ਆਧਾਰ ਹੁਣ ਆਪਾਂ ਲੰਬ ਕੱਢਾਂਗੇ ਸੀ ਪੁਆਇੰਟ ਤੇ ਖੜ ਕੇ ਕੱਢਾਂਗੇ ਸੀ ਪੁਆਇੰਟ ਤੇ ਖੜ ਕੇ ਆਪਾਂ ਸਾਰੇ ਹੱਲ ਕਰਾਂਗੇ ਐਚਡੀ ਦੋ ਬਰਾਬਰ ਹੁੰਦੇ ਆ ਕਰਨ ਦੀ ਦੋ ਬਰਾਬਰ ਹੁੰਦੇ ਆ ਲੰਬ ਦੀ ਦੋ ਪਲੱਸ ਆਧਾਰ ਕਰਨ ਕੀ ਆਪਣੇ ਕੋਲ 2A ਦਾ ਸਕੁਆਇਰ ਆ ਗਿਆ ਬਰਾਬਰ ਆ ਗਿਆ ਆਪਣੇ ਕੋਲੇ ਲੰਬ ਕੀ CD ਆਪਾਂ ਕੱਢਾਂਗੇ ਪਲੱਸ ਕੀ ਆ ਗਿਆ ਆਧਾਰ A ਦੀ ਤਾਂ ਆਪਣੇ ਕੋਲੇ ਕੀ ਆ ਗਿਆ ਕਰਨ ਦੀ ਦੋ 2A ਦੀ ਦੋ ਕੀ ਹੋਊ ਆਪਣੇ ਕੋਲੇ 4A ਦੀ ਦੋ ਆ ਗਿਆ 2A ਦਾ ਸਕੁਆਇਰ ਕਰਾਂਗੇ 4A ਦੀ ਦੋ ਆ A ਦੀ ਦੋ ਹੈ ਆਪਣੇ ਕੋਲੇ ਕੀ ਆਧਾਰ ਕੀ ਹੈ A ਦੀ ਦੋ ਆ ਦੂਜੇ ਪਾਸੇ ਜਾ ਕੇ ਮਾਈਨਸ ਹੋ ਗਿਆ 4A ਦੀ ਦੋ ਮਾਈਨਸ A ਦੀ ਦੋ ਬਰਾਬਰ ਆ ਗਿਆ ਆਪਣੇ ਕੋਲੇ CD ਦੀ ਦੋ CD ਦੀ ਦੋ ਆਪਾਂ ਕੱਢਾਂਗੇ ਲੰਬ ਤਾਂ 4A ਦੀ ਦੋ ਮਾਈਨਸ A ਦੀ ਦੋ ਕੱਢਾ ਤਾਂ ਆਪਣੇ ਕੋਲੇ ਆ ਗਿਆ 3A ਦੀ ਦੋ CD ਦੀ CD ਦੀ ਬਰਾਬਰ ਆ ਗਿਆ CD ਦੀ ਦੋ ਦੇ ਹੁਣ ਕੀ ਹੈਗਾ ਇਧਰਲਾ ਸਕੁਆਇਰ ਹੈ ਜਿਹੜਾ CD ਵਾਲਾ ਦੂਜੇ ਵਰਗਮੂਲ ਬਣ ਗਿਆ A ਦਾ ਸਕੁਆਇਰ ਵਰਗਮੂਲ ਕੈਂਸਲ ਹੋ ਗਿਆ ਇਹਨੇ ਵਰਗਮੂਲ ਨੂੰ ਕੱਟਤਾ ਸਕੁਆਇਰ ਨੇ ਤਾਂ ਇਹ ਬਾਹਰ ਆ ਗਿਆ ਅੰਡਰ ਰੂਟ ਵਿੱਚ ਰਹਿ ਗਿਆ ਤਾਂ ਆਪਾਂ CD ਦੀ ਵੈਲਿਊ ਕੱਢ ਲਿਆ A ਅੰਡਰ ਰੂਟ 3 ਕੱਢ ਹੁਣ ਆਪਣੇ ਕੋਲ ਤਿੰਨੇ ਭੁਜਾਵਾਂ ਦੀ ਵੈਲਿਊ ਆ ਗਿਆ ਐਂਗਲ C ਪੁਆਇੰਟ ਤੇ ਖੜ ਕੇ ਆਪਾਂ 30 ਡਿਗਰੀ ਦੇ ਸਾਰੇ ਐਂਗਲ ਕੱਢ ਦੇਗੇ ਠੀਕ ਹੈ ਬੇਸ ਲੰਬ ਆਪਾਂ A ਪੁਆਇੰਟ ਤੇ ਖੜਾ
ਤੇ ਲੰਬ ਬਣ ਜੂ CD। ਹੁਣ ਪੁਆਇੰਟ C ਤੇ ਥੋੜਾ ਦਿਮਾਗ ਲਾਓ, C ਤੇ ਕਰਕੇ ਤਾਂ ਫਿਰ 30 ਦੇ ਐਂਗਲ ਦਿਖਣਾਗੇ ਤਾਂ ਬੇਸ ਆਪਣਾ ਆ ਗਿਆ 2 ਦੇ, ਤੇ ਲੰਬ ਕੀ ਆ ਗਿਆ ਆਪਣਾ, ਲੰਬ ਆਪਣਾ ਆ ਗਿਆ A। ਲੰਬ AD ਬਣ ਗਿਆ ਨਾ ਆਪਣਾ, ਜਦੋਂ ਬੇਸ CD ਬਣ ਗਿਆ ਤਾਂ H ਕੀ ਬਣ ਗਿਆ 2A ਦੇ। ਤਿੰਨੇ ਭੁਜਾਵਾਂ ਕਰਮ ਕੀ ਬਣ ਗਿਆ 2A ਦੇ, ਤਿੰਨੇ ਭੁਜਾਵਾਂ ਨਿਕਲ ਗਿਆ। 6 ਟ੍ਰਾਇੰਗਲਾਂ ਦੀ ਵੈਲਿਊ ਮਿੰਟੋ ਮਿੰਟੀ ਕੱਢ ਦਿਆਂਗੇ ਚੁਟਕੀ ਮਾਰ ਕੇ। sin 30 ਡਿਗਰੀ ਕਾਹਦੇ ਬਰਾਬਰ ਹੁੰਦਾ ਹੈਗਾ, ਅੱਗੇ ਆ ਜਾਓ। sin 30 ਡਿਗਰੀ ਕਾਹਦੇ ਬਰਾਬਰ ਹੁੰਦਾ ਹੈ P/H ਦੇ। ਜਾ ਕੇ P ਬਰਾਬਰ ਕਰੇ A ਦੇ ਕੱਢੇ, H ਕਾਹਦੇ ਬਰਾਬਰ 2A ਦੇ। ਲੰਬ A ਦੇ ਹੈਗਾ, ਇਹ ਨਾਲ ਇਹ ਕੈਂਸਲ ਤੇ cos 30 ਡਿਗਰੀ ਕਾਹਦੇ ਬਰਾਬਰ ਹੈ, cos ਕਾਹਦੇ ਬਰਾਬਰ ਹੈ ਬੇਸ ਬਟੇ ਕਰਨ ਦੇ। ਪਿੱਛੇ ਆ ਜਾਓ, ਆਧਾਰ ਆਪਾਂ ਕਿੰਨਾ ਕੱਢਿਆ A/√C ਦੇ ਪਹਿਲਾ ਆਧਾਰ ਬਣੇਗਾ ਹੈਪੋਟੈਨਸ 2 ਇਹ ਅੰਡਰ ਕਿੰਨਾ ਆ ਗਿਆ ਆਪਣੇ ਕੋਲੇ 3/2 ਦੇ, ਅੰਡਰ ਦੇ। ਇਸ ਤਰ੍ਹਾਂ 30 ਡਿਗਰੀ ਕੱਢ ਲਿਆ ਆਪਾਂ P/B ਦੇ, ਪਰਪੈਂਡੀਕੂਲਰ ਬਟੇ ਬੇਸ ਆਪਾਂ ਕੱਢੀਏ। ਪਰਪੈਂਡੀਕੂਲਰ ਲੰਬ ਕਿੰਨਾ ਆਪਣੇ ਕੋਲੇ A ਹੈ ਦਿੱਤਾ ਹੋਇਆ, ਠੀਕ ਹੈ ਨਾ, ਆਪਣੇ ਕੋਲੇ A ਆਪਾਂ ਕੱਢੀ ਰੱਖੇ। ਇਸ ਤਰ੍ਹਾਂ ਆਪਾਂ 30 ਡਿਗਰੀ ਦੇ 3 ਵੈਲਿਊ ਆ ਗਈ। ਆਪਾਂ ਨੂੰ ਪਤਾ ਲੱਗ ਅੱਗੇ ਕੀ ਹੈ 3 ਵੈਲਿਊ ਕੱਢ ਲਈਆਂ ਆਪਾਂ। ਹੁਣ ਆਪਣੇ ਕੋਲੇ ਸਾਈਨ ਦਾ ਉਲਟਾ ਹੋ ਜੂ, 1/P ਹੋ ਗਿਆ, ਉਹ 1/2 ਹੈ 2/1 ਬਰਾਬਰ ਕਾਹਦੇ ਹੈਗਾ B/2 tan 30 ਹੈਗਾ B ਹੈਗਾ ਇਹ B/P। ਇਸ ਤਰ੍ਹਾਂ ਆਪਣਾ ਜਿਹੜਾ ਟੇਬਲ ਹੈ ਨਾ, ਟੇਬਲ ਆਪਣਾ ਜਿਹੜਾ ਹੈਗਾ ਆਪਣੇ ਕੁਐਸਚਨ ਮਤਲਬ ਕਿ ਕਰ ਲਿਆ। sin 30 ਡਿਗਰੀ 1/2 ਦੇ, cos 30 ਡਿਗਰੀ √3/2 ਦੇ, tan 30 ਡਿਗਰੀ 1/√3 ਦੇ ਆ ਗਿਆ, sin 30 ਡਿਗਰੀ ਆਪਣਾ ਆ ਗਿਆ 2 ਦੇ, cos 30 ਡਿਗਰੀ 2/√3 ਦੇ, cosecant 30 ਡਿਗਰੀ ਆਪਣਾ ਸੌਰੀ cosecant 30 ਡਿਗਰੀ 2 ਦੇ, secant 30 ਡਿਗਰੀ 2/√3 ਦੇ, ਤੇ secant ਆ ਗਿਆ ਆਪਣੇ ਕੋਲੇ। ਇਸ ਤਰ੍ਹਾਂ ਆਪਾਂ 30 ਡਿਗਰੀ ਸਾਰੀਆਂ ਵੈਲਿਊ ਕਰ ਦੇਗੇ, ਸਕਰੀਨਸ਼ਾਟ ਲੈ ਲਿਓ, ਠੀਕ ਹੈ ਨਾ ਗੱਲ। ਅੱਗੇ ਆ ਜਾਓ ਆਪਾਂ ਹੁਣ 60 ਡਿਗਰੀ ਦੀ ਵੈਲਿਊ ਕੱਢਾਂਗੇ, 60 ਡਿਗਰੀ ਦੇ ਅੰਦਰ। ਹੁਣ ਆਪਾਂ ਪੁਆਇੰਟ A ਤੇ ਖੜੇ ਹੈਗੇ, ਪੁਆਇੰਟ ਕਿਹੜੇ ਖੜੇ ਹੈਗੇ A ਤੇ ਖੜੇ ਹੈਗੇ, ਉਹੀ ਟ੍ਰਾਇੰਗਲ ਹੈਗਾ 60 ਡਿਗਰੀ ਹੈ। ਉਹ ਪਹਿਲਾਂ ਆਪਾਂ ਪੁਆਇੰਟ C ਤੇ ਖੜੇ ਸੀਗੇ 30 ਡਿਗਰੀ ਦੇ ਉੱਤੇ, ਹੁਣ ਆਪਾਂ ਪੁਆਇੰਟ A ਤੇ ਖੜੇ। ਤਿੰਨੇ ਭੁਜਾਵਾਂ ਆਪਾਂ ਪਹਿਲਾਂ ਕੱਢ ਲਈਆਂ, A ਹੈ A/√3 ਵੀ ਕੱਢ ਲਿਆ ਆਪਾਂ। ਹੁਣ ਆਪਣੇ ਕੋਲੇ ਜਿਹੜਾ ਆਧਾਰ ਹੈਗਾ ਉਹ AD ਬਣ ਗਿਆ। 60 ਡਿਗਰੀ ਦੀ ਵੈਲਿਊ ਕੱਢਣ ਵੇਲੇ ਆਧਾਰ ਕੀ ਬਣ ਗਿਆ ਆਪਣੇ ਕੋਲੇ AD ਬਣ ਗਿਆ, ਲੰਬ ਆਪਣੇ ਕੋਲੇ ਕੀ ਬਣ ਗਿਆ CD ਬਣ ਗਿਆ, ਲੰਬ ਆਪਣੇ ਕੋਲੇ CD ਬਣ ਗਿਆ। ਤਾਂ ਆਪਾਂ ਕੀ ਕਰਨਾ ਹੈਗਾ sin 60 ਡਿਗਰੀ ਕਾਹਦੇ ਬਰਾਬਰ ਹੋਊਗਾ, ਪੁਆਇੰਟ A ਤੇ ਖੜ ਕੇ ਆਪਾਂ ਕੱਢਣਾ ਹੈ। 60 ਡਿਗਰੀ ਦੀਆਂ ਸਾਰੀਆਂ ਵੈਲਿਊ ਆ ਜਾਣਗੀਆਂ ਆਪਾਂ ਨੂੰ। sin 60 ਡਿਗਰੀ ਕਾਹਦੇ ਬਰਾਬਰ ਹੈਗਾ, sin θ ਕਾਹਦੇ ਬਰਾਬਰ ਹੁੰਦਾ ਹੈਗਾ ਲੰਬ ਬਟੇ ਕਰਨ ਦੇ। ਲੰਬ ਆਪਣਾ ਕੀ ਹੈ PCD ਆਪਣਾ ਲੰਬ ਹੈ ਇੱਥੇ। ਹੁਣ ਲੰਬ ਕੀ ਬਣ ਗਿਆ ਆਪਣਾ CD, ਇਹ √3 ਬਟੇ ਆਧਾਰ ਕੀ ਹੈਗਾ ਸੌਰੀ ਲੰਬ ਬਟੇ ਕਰਨ। sin θ ਕਾਹਦਾ ਹੁੰਦਾ ਲੰਬ ਬਟੇ ਕਰਨ ਦੇ 2/2A ਦੇ, ਇਹ √3/2A, ਇਹ ਨਾਲ ਇਹ ਕੈਂਸਲ √3/2 ਹੋ ਗਿਆ। cos θ ਕਾਹਦੇ ਬਰਾਬਰ ਹੁੰਦਾ ਹੈ ਇੱਥੇ cos 60 ਡਿਗਰੀ ਕੱਢਾਂਗੇ, ਆਧਾਰ ਬਟੇ ਕਰਨ ਦੇ, ਆਧਾਰ ਬਟੇ ਕਰਨ ਦੇ। ਆਧਾਰ ਕੀ ਹੈਗਾ ਆਪਣੇ ਕੋਲੇ A ਹੈਗਾ, ਕਰਨ ਕੀ ਹੈ ਆਪਣੇ ਕੋਲੇ 2A ਹੈ, ਕਰਨ ਕੀ ਹੈਗਾ ਆਪਾਂ 2A ਹੈ, ਇਹ ਨਾਲ ਇਹ ਕੈਂਸਲ 1/2। ਉਹੀ ਟ੍ਰਾਇੰਗਲ ਹੈ ਜਿਹੜਾ ਆਪਾਂ ਹੁਣ ਕੱਢ ਕੇ ਹਟਿਆ। ਤਾਂ cos 60 ਡਿਗਰੀ ਕਾਹਦੇ ਬਰਾਬਰ ਹੋਗਾ 1/2। ਜਦੋਂ ਆਪਾਂ 60 ਡਿਗਰੀ ਦੀ ਵੈਲਿਊ ਕੱਢਾਂਗੇ 60 ਡਿਗਰੀ ਦੇ ਐਂਗਲ ਤੇ ਖੜਾਂਗੇ, 30 ਡਿਗਰੀ ਦੀ ਵੈਲਿਊ ਕੱਢਾਂਗੇ 30 ਡਿਗਰੀ ਤੇ, 45 ਡਿਗਰੀ ਦੀ ਵੈਲਿਊ ਕੱਢਾਂਗੇ 45 ਡਿਗਰੀ ਦੇ ਐਂਗਲ ਉੱਤੇ ਖੜ ਕੇ ਕੱਢਾਂਗੇ। ਇਸ ਤਰ੍ਹਾਂ 90 ਡਿਗਰੀ ਤੇ 0 ਡਿਗਰੀ ਦੇ ਬਣਾਵਾਂਗੇ। tan 60 ਡਿਗਰੀ ਕਾਹਦੇ ਬਰਾਬਰ ਹੁੰਦਾ ਹੈਗਾ ਲੰਬ ਬਟੇ ਆਧਾਰ, ਪਰਪੈਂਡੀਕੂਲਰ ਬਟੇ ਬੇਸ। ਲੰਬ ਕਿੰਨਾ ਆਪਣਾ A/√3 ਹੈਗਾ, ਬੇਸ ਕਿੰਨਾ ਹੈਗਾ ਆਪਣਾ A। ਇਹ ਵੈਲਿਊ ਜੇ ਆਪਾਂ ਪਹਿਲਾਂ ਕੱਢ ਲਈਆਂ, ਇਹ ਨਾਲ ਇਹ ਕੈਂਸਲ, ਤਾਂ tan 60 ਕੀ ਹੈਗਾ ਆਪਣੇ ਕੋਲੇ √3 sin 60 cos 60 ਤੇ tan 60। ਅੱਗੇ ਆ ਗਿਆ ਆਪਣੇ ਕੋਲੇ cosecant 60। cosecant 60 cosecant ਕਿਹਦਾ ਉਲਟਾ ਹੁੰਦਾ ਹੈਗਾ sin ਦਾ, sin P/H, cosecant ਕੀ ਹੋ ਗਿਆ H/P ਦੇ। sin θ ਕਾਹਦੇ ਬਰਾਬਰ ਹੁੰਦਾ ਹੈਗਾ √3/2 ਦੇ, ਇਹ ਕਾਹਦੇ ਬਰਾਬਰ ਬਣ ਗਿਆ 2/√3। ਇਸ ਤਰ੍ਹਾਂ secant 60 ਹੈ।
ਸੀਕਟ ਥੀਟਾ ਕਿਹਦੇ ਉਲਟਾ ਹੁੰਦਾ ਹੈਗਾ, cos ਥੀਟਾ ਦੇ ਆਪਾਂ ਪਹਿਲਾਂ ਪੜ੍ਹ ਚੁੱਕੇ ਆ। ਤਾਂ cos ਥੀਟਾ 1/2 ਹੈ, ਤਾਂ ਸੀਕਟ ਥੀਟਾ ਸੀਕਟ 60 ਡਿਗਰੀ ਦੇ ਬਰਾਬਰ ਹੈਗਾ 2/1। ਕੋਟੇਂਜੈਂਟ 60 ਟੈਨ ਦਾ ਉਲਟਾ, ਕੋਟੇਂਜੈਂਟ ਕਿਹਦਾ ਹੁੰਦਾ ਹੈਗਾ, ਟੈਨ ਥੀਟਾ ਦਾ ਉਲਟਾ। ਟੈਨ ਥੀਟਾ ਲੰਬ ਬਟੇ ਆਧਾਰ ਹੈ, ਇਹ ਆਧਾਰ ਬਟੇ ਲੰਬ ਹੋ ਗਿਆ। ਇਹ ਕੀ ਬਣ ਗਿਆ, ਟੈਨ 60 ਕਾਹਦੇ ਬਰਾਬਰ ਹੈਗਾ, √3/1। ਤਾਂ ਇਹ ਕੀ ਬਣ ਗਿਆ, ਕੋਟੇਂਜੈਂਟ 60 1/√3। √3/1 ਇੱਕ ਦੀ ਕੋਈ ਵੈਲਿਊ ਨਹੀਂ ਤਾਂ ਨਹੀਂ ਆਪਾਂ ਲਾਇਆ √3/1, ਤਾਂ ਕਿ ਕੋਟੇਂਜੈਂਟ ਕੀ ਹੈਗਾ, ਟੈਨ ਦਾ ਉਲਟਾ 1/√3। ਇਸ ਤਰ੍ਹਾਂ ਆਪਾਂ ਟੇਬਲ ਦੇ ਵਿੱਚ 60 ਡਿਗਰੀ ਦੀਆਂ ਸਾਰੀਆਂ ਵੈਲਿਊ ਕੱਢ ਲਈਆਂ। sin 60 ਕਾਹਦੇ ਬਰਾਬਰ ਹੁੰਦਾ ਹੈਗਾ, √3/2 ਜਿਹੜਾ ਆਪਾਂ ਰੱਟਾ ਮਾਰਦੇ ਸੀਗੇ। ਇਹ ਰੱਟਾ ਮਾਰਨ ਦੀ ਕੋਈ ਲੋੜ ਨਹੀਂ, ਇਹਦਾ ਉਹ ਮਿੰਟੋ ਮਿੰਟੀ ਹੋ ਜੂ। cos 60 1/2 ਦੇ, tan 60 √3 ਦੇ, ਕੋਟੇਂਜੈਂਟ 60 1/√3 ਦੇ, ਸੀਕਟ 60 2 ਦੇ, ਤੇ ਕੋਸੀਕਟ 60 2/√3 ਦੇ। ਇਸ ਤਰ੍ਹਾਂ ਕੀ ਉਲਟਾ ਆ ਜਾਣੀਆਂ ਪਹਿਲੇ ਤਿੰਨ ਵੈਲਿਊਜ਼ ਕੱਢ ਕੇ। ਅੱਗੇ ਨੈਕਸਟ ਆਪਣੇ ਕੋਲੇ ਕਿਹੜਾ ਰਹਿ ਗਿਆ, ਹੁਣ ਆਪਣੇ ਕੋਲੇ 0 ਡਿਗਰੀ ਕੱਢਣੀ ਹੈ ਆਪਾਂ। 0 ਡਿਗਰੀ ਦੀ ਵੈਲਿਊ ਹੁਣ ਆਪਾਂ ਕੱਢਣੀ ਹੈ, ਵੈਲਿਊ 0 ਡਿਗਰੀ ਕੱਢਣੀ ਹੈ। हेलो जसपाल साहब, मेरे को सिर्फ 2 मिनट है प्लीज। हाँ सर, फाइनल याद के ठीक है। ਅੱਗੇ ਨੈਕਸਟ ਮੈਂ ਤੁਹਾਨੂੰ ਇਹ ਦੱਸਦਾ ਵੀ ਇਹ ਫਾਰਮੂਲੇ ਯਾਦ ਕਿਵੇਂ ਕਰਨੇ ਆ, ਆਪਾਂ ਫਿਰ ਕਲਾਸ ਦਾ ਫਿਰ ਦੱਸੂਗਾ ਸੋ ਕਿਵੇਂ ਕਰਨੇ ਹੈਗੇ। ਬਹੁਤ ਸੌਖਾ ਤਰੀਕਾ ਹੈਗਾ। ਸਭ ਤੋਂ ਪਹਿਲਾਂ ਆਪਾਂ ਕੀ ਕਰਨੀ ਹੈ, sin ਦੀ ਵੈਲਿਊ ਯਾਦ ਰੱਖ, ਯਾਦ ਰੱਖ √3/2 ਦੇ sin 90 1 ਦੇ। ਇਹ ਤਾਂ ਉਲਟੀ ਲਿਖ ਦਿਓ, ਹੁਣ ਆਪਾਂ ਉਲਟੀ ਸੀਰੀਜ਼ ਬਣਾ ਦਿਓ। ਇੱਕ ਚੀਜ਼ ਯਾਦ ਕਰਨੀ ਲਿਖਤਾ √3/2 sin ਸੇਮ ਆ ਜੂ 2 ਉਲਟੀ ਸੀਰੀਜ਼ ਬਣਾਤੀ। ਦੇਖੋ ਬਣਾਤੀ ਨਾ, sin ਥੀਟਾ ਦੀ ਸੀਰੀਜ਼ ਸਾਹਮਣੇ ਉਹਦੋਂ ਉਲਟੀ ਬਣਾ ਦਿਓ, cos ਥੀਟਾ ਸੀਰੀਜ਼ ਆ ਗਿਆ ਨਾ, ਯਾਦ ਹੋ ਗਿਆ। ਪਹਿਲੇ ਕੋਈ ਲੋੜ ਨਹੀਂ ਅਗਲੇ ਯਾਦ ਕਰਨ ਦੀ। जीरो एक कितना आ गया, 0 1/2 बटे √3/2 आ जाऊगा, 2 ਨਾਲ 2 कैंसिल, बटे 1/2 sin बटे cos ਹੁੰਦਾ है, √2 ਨਾਲ √2 कैंसिल, एक है sin बटे 1/2 करता, 2 ਨਾਲ 2 90 ਕੀ ਹੈਗਾ, 1/0 1/0 ਕਾਹਦੇ ਬਰਾਬਰ ਹੁੰਦਾ ਹੈਗਾ, ਇਨਫਿਨਿਟੀ ਦੇ ਬਰਾਬਰ ਹੈਗਾ। ਇਨਫਿਨਿਟੀ ਦੇ ਡਿਵਾਈਡ ਬਾਈ 0 ਇਜ਼ ਨਾਟ ਪੋਸੀਬਲ, ਇਸ ਲਈ ਆਪਾਂ 0 ਤੋਂ ਡਿਵਾਈਡ ਨਹੀਂ ਕਰ ਸਕਦੇ। ਡਿਵਾਈਡ ਬਾਈ 0 ਇਜ਼ ਨਾਟ ਪੋਸੀਬਲ, ਦੈਟ ਇਜ਼ ਇਨਫਿਨਿਟੀ। ਤਾਂ tan 90 ਕਾਹਦੇ ਬਣ ਗਿਆ, ਇਨਫਿਨਿਟੀ ਦੇ। ਹੁਣ ਅੱਗੇ ਆ ਗਿਆ ਆਪਣੇ ਕੋਲ, ਅੱਗੇ ਕੀ ਹੈਗਾ, cot ਥੀਟਾ ਦੀ ਵੈਲਿਊ ਕੱਢਦੇ। cot ਕਾਹਦੇ ਬਰਾਬਰ ਹੁੰਦਾ ਹੈਗਾ, tan sin ਬਟੇ cos ਹੈ, cot cos ਬਟੇ sin ਕਰ ਦਿਓ। 1/0 ਕਾਹਦੇ ਬਰਾਬਰ ਆ ਗਿਆ, ਪਹਿਲੇ cot 0 ਕਾਹਦੇ ਬਰਾਬਰ, ਇਨਫਿਨਿਟੀ ਦੇ। √3/2 ਆਪਾਂ cot ਦੀ ਵੀ ਕੱਢ ਲਈਏ, cos 30 ਬਟੇ sin 30 ਕਰ ਦਿਓ, √3/2 ਬਟੇ 1/2 ਕਰ ਦਿਓ, ਬਟੇ 1/2 2 ਨਾਲ 2 ਕੈਂਸਲ ਹੋ ਜੂਗਾ, √3 ਰਹਿ ਗਿਆ cot 30 ਡਿਗਰੀ। ਇਸ ਤਰ੍ਹਾਂ cot 45 ਹੈ ਜਿਹੜਾ, cos 45 ਬਟੇ sin 45 ਕਰ ਦਿਓ, ਇੱਕ ਦੇ ਆ ਜੂ, ਦੋਨੇ ਕੱਟੇ ਜਾਣਗੇ, 1/2 ਕੈਂਸਲ ਹੋ ਜੂ, 1/2। ਅੱਗੇ ਆ ਗਿਆ cot 60 ਡਿਗਰੀ, 1/√2 ਬਟੇ ਕੀ ਆ ਜੂ, √3/2। ਦੇਖੋ 1/2 ਬਟੇ √3/2 ਹੋ ਗਿਆ, 2 ਨਾਲ 2 ਕੈਂਸਲ, 1/√3 ਰਹਿ ਜੂਗਾ। cot 45 ਵੀ ਕੱਢ ਲਿਆ। ਇਸ ਤਰ੍ਹਾਂ ਜਿਹੜਾ cot 90 ਡਿਗਰੀ ਹੈਗਾ, cos ਬਟੇ sin ਕਰ ਦੇਣਾ, ਉਲਟਾ ਕਰਨਾ, tan ਤੋਂ ਉਲਟਾ ਕਰ, 0/1 ਬਰਾਬਰ ਕਾਹਦੇ ਹੈਗਾ, 0/1 0 ਦੇ ਬਰਾਬਰ ਹੁੰਦਾ, 1/0 ਬਰਾਬਰ ਹੁੰਦਾ। ਸੌਖੀ ਜਿਹੀ ਗੱਲ ਹੈ। ਸੀਕਟ ਹੁੰਦਾ ਹੈਗਾ 1/1 ਆਪਣੇ ਕੋਲ ਕਾਹਦੇ ਬਰਾਬਰ ਆ ਜੂਗਾ, ਆਪਾਂ 1/cos ਥੀਟਾ ਕਰ ਦਿਓ, 1/√3/2 2/√3 ਆ।
ਅੱਗੇ ਅੱਗੇ 1 ਵਰਗਮੂਲ 2 ਕਰਾਂਗੇ। ਇੱਕ ਨੂੰ 1 ਵਰਗਮੂਲ 2 ਨਾਲ ਡਿਵਾਈਡ ਕਰਿਆ ਜਦੋਂ ਵਰਗਮੂਲ 2 ਉੱਪਰ ਆ ਜਾਊਗਾ ਤਾਂ ਸੀਕੰਡ 45 ਕਾਹਦੇ ਬਰਾਬਰ ਆ ਜਾਊਗਾ ਅੰਡਰ ਰੂਟ 2 ਦੇ। ਇਸੇ ਤਰ੍ਹਾਂ ਸੀਕੰਡ 60 ਡਿਗਰੀ ਜਦੋਂ ਆਪਾਂ ਕੱਢਾਂਗੇ ਤਾਂ 2 ਕਰਾਂਗੇ ਤਾਂ 2 ਉੱਪਰ ਹੋ ਜੂ ਮਲਟੀਪਲਾਈ ਕਰਕੇ ਤਾਂ ਇਹ ਕਾਹਦੇ ਬਰਾਬਰ ਹੈਗਾ ਸੀਕੰਡ 60 2 ਦੇ ਆ ਗਿਆ ਸੀਕੰਡ 90। ਸੀਕੰਡ 90 ਕਾਹਦੇ ਬਰਾਬਰ ਆਊਗਾ ਦੇਖੋ 1 cos θ ਕਰਾਂਗੇ 1 cos θ 0 1 0 ਕਾਹਦੇ ਬਰਾਬਰ ਹੈਗਾ ਇਨਫਿਨਿਟੀ। ਬਹੁਤ ਸੌਖਾ ਫਾਰਮੂਲਾ ਯਾਦ ਕਰਨਾ ਕੁਝ ਵੀ ਨਹੀਂ ਟ੍ਰਿਗੋਨੋਮੈਟਰੀ ਟੇਬਲ ਦੇ ਵਿੱਚ ਕੱਲੇ ਉੱਪਰ ਸਾਈਨ ਦੀ ਵੈਲਿਊ ਯਾਦ ਕਰਨੀ। ਲਾਸਟ ਤੇ ਆ ਗਿਆ ਆਪਣਾ ਹੁਣ ਇੱਥੇ ਕੋਸੀਕੰਡ θ ਕੋਸੀਕੰਡ 0 ਜਦੋਂ ਆਪਾਂ ਕੱਢਾਂਗੇ ਕੋਸੀਕੰਡ ਕਾਹਦੇ ਬਰਾਬਰ ਹੁੰਦਾ 1 sin θ ਦੇ 1 0 ਕਰਾਂਗੇ sin θ ਦੀ ਵੈਲਿਊ ਕਾਹਦੇ ਬਰਾਬਰ ਆਗੀ ਇਨਫਿਨਿਟੀ ਦੀ ਆਗੀ। ਉਸ ਤੋਂ ਬਾਅਦ ਕੀ ਹੈਗਾ ਕੋਸੀਕੰਡ 30 ਡਿਗਰੀ ਦੀ ਵੈਲਿਊ ਕੱਢਾਂਗੇ 1 sin θ sin 30 ਡਿਗਰੀ ਲਾ ਲਓ 1 ਭਾਗ 1/2 ਕਰਾਂਗੇ 2 ਉਲਟ ਕੇ ਉੱਪਰ ਵਗ ਜੂਗਾ ਤਾਂ ਕੋਸੀਕੰਡ 30 ਡਿਗਰੀ ਕਾਹਦੇ ਬਰਾਬਰ ਆ ਜਾਊ ਆਪਣੇ ਕੋਲੇ 2 ਆ ਗਿਆ। ਕੋਸੀਕੰਡ 45 ਡਿਗਰੀ ਕਾਹਦੇ ਬਰਾਬਰ ਆਊਗਾ 1/√2 ਆ ਦੇਖੋ 1/1/√2 ਆ √2 ਕੀ ਦੇਖੋ ਉੱਤੇ ਭਾਗ ਦੇਣਾ ਉੱਪਰ ਵਗ ਜੂਗਾ √2 ਆ ਗਿਆ ਸਾਈਨ ਦਾ ਉਲਟਾ ਹੋ ਗਿਆ ਠੀਕ ਹੈ। ਕੋਸੀਕੰਡ 60 ਡਿਗਰੀ ਕਾਹਦੇ ਬਰਾਬਰ ਹੋਊਗਾ 1/sin θ 1 ਭਾਗ √3/2 ਭਾਗ ਜਦੋਂ ਕਰਾਂਗੇ 2/√3 ਹੋ ਜੂਗਾ ਕੋਸੀਕੰਡ 60 ਡਿਗਰੀ ਹੋਈ। ਇਸ ਤਰ੍ਹਾਂ ਕੋਸੀਕੰਡ 90 ਡਿਗਰੀ ਕਾਹਦੇ ਬਰਾਬਰ ਆ ਗਿਆ 1/sin θ ਦੇ 1/1 ਦੇ 1 ਹੋ ਗਿਆ। ਇਹ ਟੇਬਲ ਯਾਦ ਕਰਨਾ ਕੱਲੀ ਸਾਈਡ ਦੀ ਵੈਲਿਊ ਯਾਦ ਰੱਖ ਲਓ ਬਾਕੀ ਸਾਰੀਆਂ ਮਿੰਟਾਂ ਸਕਿੰਟਾਂ ਦੀ ਬਣ ਜਾਣਗੀਆਂ ਕੋਈ ਪ੍ਰੋਬਲਮ ਨਹੀਂ ਬਿਲਕੁਲ ਪ੍ਰੋਬਲਮ ਨਹੀਂ। ਇਹ ਟ੍ਰਿਗੋਨੋਮੈਟਰੀ ਟੇਬਲ ਹੈ ਸਕਰੀਨਸ਼ਾਟ ਲੈ ਲਓ ਉੱਪਰ sin θ ਦੀ ਕੱਲੀ ਵੈਲਿਊ ਯਾਦ ਰੱਖ ਲਓ ਬਾਕੀ ਸਾਰਾ ਟੇਬਲ 1 ਮਿੰਟ 'ਚ ਬਣਾ ਦਿਓ ਠੀਕ ਹੈ ਜੀ। ਅੱਗੇ ਆਪਾਂ ਆ ਗਏ ਸੀ ਇੱਥੇ ਵੀ 0 ਦੀ ਵੈਲਿਊ ਕਿੱਥੋਂ ਆਈ ਹੈ ਹਾਂਜੀ ਸਰ ਹਾਂਜੀ ਥੈਂਕ ਯੂ ਜਸਪਾਲ ਜੀ ਮੈਨੂੰ ਖਤਮ ਕਰਨੀ ਪੈਣੀ ਮੈਨੂੰ ਅਗਲੀ ਸ਼ੁਰੂ ਕਰਨੀ ਹੈ ਮੈਂ ਖਤਮ ਕਰ ਰਿਹਾ ਜੀ ਇਹਨੂੰ ਥੈਂਕ ਯੂ ਵੈਰੀ ਮਚ ਕੋਈ ਪੈਂਡਿੰਗ ਆ ਤਾਂ ਨੈਕਸਟ ਟਾਈਮ ਕਰ ਲਾਂਗੇ ਜੀ। ਓਕੇ ਸਰ ਓਕੇ ਜੀ ਓਕੇ ਥੈਂਕ ਯੂ ਵੈਰੀ ਮਚ ਜੀ ਥੈਂਕ ਯੂ ਠੀਕ ਹੈ।